गुरु बाबा जी की पावन पवित्र हजूरी बैठी गुरु रूप गुरु सवारी साध संगत जीओ अपने समय संसां सत्या करने वास्ते माई भाई सारे ही प्रेमी हैं। दोनों नेड़े आपको अपने दुनियावी धंधे धंधा सारा पाक रखे युग युग अटल धन सहब श्री गुरु ग्रंथ महाराज जी की पावन दुनिया के संसार से की करने वास्ते आए हैं, कर की रहे हैं, सानू करना की चाहिदा है। सासत जी घर 84 लख जूनिया का बादशाह, एक घर 84 लख जूनिया की सरदार यूनी। ये मनुखा जन्म इस जीव नू इस बंदे नू बहुत लंबे हरसे तो बाद प्राप्त होया। साध संग गल सदियां दी नहीं कीती, गल सालां दी नहीं कीती, गल जुगां दी कीती। साध संगत जी ये मनुखा जन्म सानू जुगां जगांतरां तो बाद प्राप्त होया। जिवें कोई गरीब पुरुष इस गल नू मुख रख के अपनी जिंदगी च बड़ी लेबर करदा, मेहनत करदा कि कदे ओदी जिंदगी दे दिन भी बदल जाण, भाव गरीबी तू अमीरी आ जावे। इस गल नू मुख रख के कोई गरीब पुरुष जेकर अपनी जिंदगी च बड़ी लेबर करे, मेहनत करे, अंत जेकर उसकी जिंदगी दे दिन ना बदलन, एक दिन ढेरी ढा के गुरु की संगत बह जांदा है। अपने मित्रां प्यारियां साख संबंधियां नू ये गल कहिंदा कि इस गल नू मुख रख के कि कदे मेरी जिंदगी दे दिन बदल जाण। मैं अपनी जिंदगी च बड़ी लेबर कीती, मेहनत कीती, पर गरीबी ने मेरी पेश नहीं जान दिती। आखिर हार के थक के टुट के ढेरी ढा के बह गया। साध संग पर गरीबी ने मेरी पेश नहीं जान दिती। इस तरह 84 लख एक घर 84 लख जूनिया च धक्के खांदे खांदे जदों जीव थक गया, हार गया, टुट गया, एदी पेश ना गई। महाराज सतगुरु गुरु तेग बहादुर जी महाराज फरमाउंदे ने, फिरत फिरत बहुते जुग हारियो। जदों जुगा जुगंतरां दे विच जीव जूनिया दे विच भटकदे भटकदे थक गया, हार गया, फिरत फिरत बहुते जुग हारियो। ਇਹਦੇ ਤੇ ਕਿਰਪा की हुई। गुरु साहब कहते ने इनू मनुखा जन्म मिल गया।
ਮਾਨਸ ਦੇਹ ਲਹੀ। ਇਹ ਮਨੁੱਖਾ ਜਨਮ ਮਿਲ ਗਿਆ, ਪਰ ਮਿਲਿਆ ਕਾਦੇ ਲਈ? ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਇਹ ਮਨੁੱਖਾ ਜਨਮ ਸਿਰਫ ਤੇ ਸਿਰਫ ਵੈਰੂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਮਿਲਿਆ। ਪਾਤਸ਼ਾਹ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨਕ ਦੋਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹੀ ਵੇਲਾ, ਇਹੀ ਸਮਾਂ, ਜੂਨੀਆਂ ਭਾਵੇਂ ਇੱਕ ਘੱਟ 84 ਲੱਖ ਹੋਰ ਵੀ ਨੇ, ਉਹਨਾਂ ਜੂਨੀਆਂ ਦੇ ਵਿੱਚ ਵਹਿਰੂ ਦਾ ਨਾਮ ਨਹੀਂ ਜਪਿਆ ਜਾਣਾ, ਉਹਨਾਂ ਜੂਨੀਆਂ ਦੇ ਵਿੱਚ ਵਹਿਰੂ ਦਾ ਭਜਨ ਨਹੀਂ ਕੀਤਾ ਜਾਣਾ। ਸਾਧ-ਸੰਗ ਕੁੱਤਾ ਕੀ ਭਜਨ ਕਰ ਲੇਗਾ, ਗਧਾ ਕੀ ਮਾਲਾ ਫੇਰ ਲੇਗਾ, ਘੋੜਾ ਕੀ ਸੇਵਾ ਕਰ ਲੇਗਾ। ਇੱਕ ਘੱਟ 84 ਲੱਖ ਜੂਨੀਆਂ ਹੋਰ ਵੀ ਨੇ, ਪਰ ਮਾਫ ਕਰਨਾ, ਉਹ ਜੂਨੀਆਂ ਤਾਂ ਉਹਨਾਂ ਨੂੰ ਪ੍ਰਾਪਤ ਨੇ ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਭਜਨ ਨਹੀਂ ਕੀਤਾ, ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਨਾਮ ਨਹੀਂ ਜਪਿਆ। ਹਜ਼ੂਰ ਫਰਮਾਉਂਦੇ ਨੇ, ਗੁਰਮੰਤਹੀਨ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਿਸ਼ਟਣੈ, ਕੂਕਰੈ ਸੂਕਰੈ। ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ। ਇੱਕ ਘੱਟ 84 ਲੱਖ ਜੂਨੀਆਂ ਜਿਹੜੀਆਂ ਇਹਨਾਂ ਅੱਖਾਂ ਨੂੰ ਨਜ਼ਰ ਆਉਂਦੀਆਂ ਨੇ, ਝਾਤੀ ਮਾਰ ਕੇ ਵੇਖ ਲਓ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨਾਮ ਨਹੀਂ ਜਪਿਆ ਉਹ ਕੁੱਤਾ ਜੂਨੀ ਚ ਪੈ ਗਏ, ਜਿਨ੍ਹਾਂ ਨਾਮ ਨਹੀਂ ਜਪਿਆ ਉਹ ਗਧੇ ਦੀ ਜੂਨੀ ਚ ਪੈ ਗਏ। ਕੂਕਰੈ ਸੂਕਰੈ, ਸੂਕਰੈ ਕਹਿ ਦਿੰਦੇ ਨੇ, ਸੂਰ ਨੂੰ ਕਹਿ ਦਿੰਦੇ ਨੇ, ਗਰਤ ਪੈ ਗਧੇ ਨੂੰ ਕਹਿ ਦਿੰਦੇ ਨੇ, ਸਰਪ ਨੇ, ਸੱਪਾਂ ਵਰਗੀਆਂ ਜੂਨੀਆਂ ਉਹਨਾਂ ਨੂੰ ਪ੍ਰਾਪਤ ਨੇ। ਸਾਸ ਕਾਕ ਨੇ, ਕਾਵਾਂ ਨੂੰ ਕਹਿ ਦਿੰਦੇ ਨੇ, ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਭਜਨ ਨਹੀਂ ਕੀਤਾ, ਇਹੋ ਜਿਹੀਆਂ ਨਿਖੇਧ ਜੂਨੀਆਂ ਚ ਪੈ ਗਏ। ਜੇ ਆਪਾਂ ਬਾਣੀ ਪੜ੍ਹ ਕੇ ਵੇਖੀਏ ਸਾਧ ਸੰਗਤ ਜੀ, ਕਿਤੇ ਵੀ ਬਾਣੀ ਵਿੱਚ ਇਹ ਨਹੀਂ ਕਿਹਾ ਕਿ ਸਾਧ ਸੰਗਤ ਕੁੱਤੇ ਦਾ ਜਨਮ ਬੜੇ ਚੰਗੇ ਕਰਮਾਂ ਵਾਲੇ ਨੂੰ ਮਿਲਦਾ, ਗਧੇ ਦਾ ਜਨਮ ਬੜੇ ਸ਼ੁਭ ਕਰਮਾਂ ਕਰਕੇ ਮਿਲਦਾ, ਘੋੜੇ ਦਾ ਜਨਮ ਬੜੇ ਚੰਗੇ ਕਰਮਾਂ ਕਰਕੇ ਮਿਲਦਾ, ਸੂਰ ਦਾ ਜਨਮ, ਉੱਲੂ ਦਾ ਜਨਮ, ਜਾਂ ਸਾਧ ਸੰਗਤ ਜੀ ਬਿੱਲੀ ਦਾ ਜਨਮ ਬੜੇ ਚੰਗੇ ਕਰਮਾਂ ਕਰਕੇ ਮਿਲਦਾ। ਮਾਫ ਕਰਨਾ ਸਾਧ ਸੰਗਤ ਜੀ, ਕਿਤੇ ਵੀ ਇੱਕ ਘੱਟ 84 ਲੱਖ ਜੂਨੀਆਂ ਦੇ ਵਿੱਚੋਂ ਸਾਧ ਸੰਗਤ ਕਿਤੇ ਵੀ ਹੋਰ ਜੂਨੀ ਦੀ ਵਡਿਆਈ ਨਹੀਂ ਕੀਤੀ ਗਈ। ਬਾਣੀ ਦੇ ਵਿੱਚ ਜੇ ਵਡਿਆਈ ਕੀਤੀ ਗਈ ਹੈ ਤੇ ਸਿਰਫ ਇੱਕ ਮਨੁੱਖਾ ਜਨਮ ਦੀ ਕੀਤੀ ਗਈ ਹੈ। ਹਜ਼ੂਰ ਫਰਮਾਉਂਦੇ ਨੇ ਭਗਤ ਕਬੀਰ ਜੀ, ਕਬੀਰ ਮਾਨਸ ਜਨਮ ਦੁਲੰਭ ਹੈ, ਜੇ ਆਪਾਂ ਨਾਮ ਨਾ ਜਪਿਆ। ਕਹੋ ਵਾਹਿਗੁਰੂ। ਇੱਕ ਘੱਟ 84 ਲੱਖ ਜੂਨੀਆਂ ਤਾਂ ਸਾਨੂੰ ਬਿਨਾਂ ਨਾਮ ਜਪਣ ਤੋਂ ਮਿਲ ਜਾਣਗੀਆਂ। ਜੇ ਆਪਾਂ ਨਾਮ ਨਾ ਜਪਿਆ, ਆਪਾਂ ਕੁੱਤੇ ਵੀ ਬਣ ਜਾਵਾਂਗੇ, ਆਪਾਂ ਗਧੇ ਵੀ ਬਣ ਜਾਵਾਂਗੇ, ਊਠ ਵੀ ਬਣ ਜਾਵਾਂਗੇ। ਜੇ ਆਪਾਂ ਨਾਮ ਨਾ ਜਪਿਆ, ਇੱਕ ਘੱਟ 84 ਲੱਖ ਜੂਨੀਆਂ ਤਾਂ ਸਾਨੂੰ ਮਿਲ ਜਾਣਗੀਆਂ। ਜੇ ਆਪਾਂ ਕਹੀਏ ਆਪਾਂ ਨਾਮ ਨਾ ਜਪੀਏ ਤੇ ਸਾਨੂੰ ਮਨੁੱਖਾ ਜਨਮ ਮਿਲ ਜੇ, ਇਹ ਕਦਾਚਿਤ ਨਹੀਂ ਹੋ ਸਕਦਾ, ਇਹ ਕਦੇ ਨਹੀਂ ਹੋ ਸਕਦਾ। ਇਹ ਮਨੁੱਖਾ ਜਨਮ ਤਾਂ ਸਿਰਫ ਤੇ ਸਿਰਫ ਚੰਗੇ ਕਰਮਾਂ ਕਰਕੇ ਮਿਲਦਾ ਹੈ। ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਇਹ ਸਰੀਰ ਰੂਪੀ ਕੱਪੜਾ ਚੰਗੇ ਕਰਮਾਂ ਕਰਕੇ ਮਿਲਦਾ ਭਾਈ, ਤੇ ਨਾਮ ਜਪ ਕੇ ਮਿਲਦੀ ਹੈ ਮੁਕਤੀ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਕਬੀਰ ਜੀ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਪ੍ਰਮਾਣ ਦਿੰਦੇ ਨੇ ਕਿ ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ। ਕਿਵੇਂ? ਜਿਵੇਂ ਕਿਸੇ ਦਰਖਤ ਦੀ ਟਾਹਣੀ ਦੇ ਨਾਲੋਂ, ਡਾਲੀ ਦੇ ਨਾਲੋਂ ਫਲ ਪੱਕ ਕੇ ਟੁੱਟ ਕੇ ਭੁੰਜੇ ਡਿੱਗ ਪਵੇ, ਦਰਖਤ ਦੀ ਟਾਹਣੀ ਦੇ ਨਾਲੋਂ ਟੁੱਟਿਆ ਫਲ ਜਿਵੇਂ ਮੁੜ ਕੇ ਦਰਖਤ ਦੀ ਟਾਹਣੀ ਜਾਂ ਡਾਲੀ ਨਾਲ ਨਹੀਂ ਲੱਗਿਆ ਕਰਦਾ, ਇਹ ਮਨੁੱਖਾ ਜਨਮ, ਇਹ ਇਨਸਾਨ ਤੇਰੇ ਹੱਥੋਂ ਇੱਕ ਵਾਰੀ ਨਿਕਲ ਗਿਆ, ਦੁਬਾਰਾ ਤੈਨੂੰ ਕਿਸੇ ਵੀ ਕੀਮਤ ਤੇ ਪ੍ਰਾਪਤ ਨਹੀਂ ਹੋਣਾ। ਮਾਫ ਕਰਨਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਨੇ ਕਿ ਭਈ ਪ੍ਰਾਪਤ ਮਾਨਕ ਦੋਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਬੜੀ ਮਿਹਨਤ ਕਰਦੇ ਹਾਂ,
ਕਿਸੇ ਨੂੰ ਪੁੱਛ ਕੇ ਵੇਖ ਲਓ, ਇੱਕ 4 ਕੌਡੀਆਂ ਇਕੱਠੀਆਂ ਕਰਨ ਵਾਸਤੇ, ਇੱਕ ਦੁਨਿਆਵੀ ਪ੍ਰਾਪਰਟੀ ਜਾਂ ਘਰ-ਬਾਰ ਬਣਾਉਣ ਵਾਸਤੇ ਕਿਸੇ ਨੂੰ ਪੁੱਛ ਕੇ ਵੇਖ ਲਓ, ਕੋਈ ਬੰਦਾ ਕਹਿੰਦਾ, ਕਿਸੇ ਨੂੰ ਪੁੱਛ ਕੇ ਵੇਖ ਲਓ ਜਵਾਬ ਮਿਲੇਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਬੜੀ ਕਮਾਈ ਕੀਤੀ, ਬੜੀ ਹੱਡ ਭੰਨ ਕੇ ਮਿਹਨਤ ਕੀਤੀ। ਪਰ ਸਾਧ ਸੰਗਤ ਜੀ, ਜਨਮ ਤੋਂ ਲੈ ਕੇ ਮਰਨ ਸਮੇਂ ਤੱਕ ਦੁਨੀਆ ਦਾ ਭਾਵੇਂ ਕੋਈ ਚੱਕਰਵਰਤੀ ਰਾਜਾ ਵੀ ਕਿਉਂ ਨਾ ਹੋਵੇ, ਆਮ ਬੰਦਿਆਂ ਦੀ ਤਾਂ ਗੱਲ ਹੀ ਕੀ ਹੈ। ਜਿਹੜੇ ਅਸੀਂ ਕਹਿੰਦੇ ਆ ਨਾ, ਅਸੀਂ ਆਪਣੀ ਜ਼ਿੰਦਗੀ 'ਚ ਬੜੀ ਕਮਾਈ ਕੀਤੀ ਹੈ, ਪਰ ਜਦੋਂ ਸਾਡੀ ਜ਼ਿੰਦਗੀ ਦਾ ਜਦੋਂ ਸਾਡੇ ਜੀਵਨ ਦਾ ਵੈਨ ਐਵਰ ਦਾ ਲਾਸਟ ਟਾਈਮ ਆਫ ਆਵਰ ਲਾਈਫ ਇਜ਼ ਕਮ, ਜਦੋਂ ਕਦੇ ਸਾਡੀ ਜ਼ਿੰਦਗੀ ਦਾ ਅੰਤਮ ਸਮਾਂ ਆ ਗਿਆ, ਸਾਡੀ ਜ਼ਿੰਦਗੀ ਦੀ ਜੀਵਨ ਭਰ ਦੀ ਕੀਤੀ ਕਮਾਈ ਦੇ ਨਾਲ ਗੁਰੂ ਪਿਆਰਿਓ ਇੱਕ ਸਵਾਸ ਨਹੀਂ ਖਰੀਦਿਆ ਜਾਣਾ, ਇੱਕ ਸਾਹ ਨਹੀਂ ਖਰੀਦਿਆ ਜਾਣਾ। ਜਿਹੜੇ ਸਵਾਸਾਂ ਦੀ ਅੱਜ ਕਦਰ ਨਹੀਂ ਕਰਦੇ, ਸਾਡੇ ਤਾਂ ਜੀਵਨ ਭਰ ਦੀ ਕੀਤੀ ਕਮਾਈ ਦੇ ਨਾਲ ਸਾਧ ਸੰਗਤ ਜੀ ਇੱਕ ਸਾਹ ਨਹੀਂ ਖਰੀਦਿਆ ਜਾਣਾ। ਪਰ ਗੁਰੂ ਪਿਆਰਿਓ ਕਦੇ ਸੋਚਿਆ, ਜਿਹੜੇ ਵਾਹਿਗੁਰੂ ਨੇ ਜਨਮ ਸਮੇਂ ਤੋਂ ਲੈ ਕੇ ਮਰਨ ਸਮੇਂ ਤੱਕ ਸਾਨੂੰ ਇੰਨੇ ਸਵਾਸ ਦਿੱਤੇ ਨੇ, ਕਦੇ ਸੋਚਿਆ ਉਸ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਇਹ ਸਵਾਸ ਪਾਉਣ ਲੱਗਿਆਂ ਕਿੰਨੀ ਮਿਹਨਤ ਕੀਤੀ ਹੋਵੇਗੀ, ਕਿੰਨੀ ਲੇਬਰ ਕੀਤੀ ਹੋਵੇਗੀ। ਕਦੇ ਸੋਚਿਆ ਸਾਧ ਸੰਗਤ ਜੀ? ਕਈ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਕਿਉਂ ਜਪਣਾ? ਇਹ ਤੇ ਗੱਲ ਠੀਕ ਹੈ। ਮਹਾਰਾਜ ਕਹਿੰਦੇ ਨੇ ਜੇ ਸਭ ਮਿਲ ਕੇ ਉਹ ਵਿਚਾਰ ਦਿੰਦੇ ਨੇ ਆਪਣੀ ਕਿ ਵਾਹਿਗੁਰੂ ਦਾ ਨਾਮ ਕਿਉਂ ਜਪਣਾ, ਪਰ ਉਹਨਾਂ ਨੂੰ ਕੋਈ ਪੁੱਛ ਕੇ ਦੇਖੇ, ਵਿਚਾਰ ਕਰਕੇ ਦੇਖੋ। ਮਹਾਰਾਜ ਕਹਿੰਦੇ ਨੇ ਸਾਧ ਸੰਗਤ ਜੀ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇਕਰ ਆਪਾਂ ਸਾਰੇ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਈਏ, ਸਾਡੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਵੱਡਾ ਨਹੀਂ ਹੋ ਜਾਣਾ। ਤੇ ਜੇ ਆਪਾਂ ਸਾਰੇ ਮਿਲ ਕੇ ਫੈਸਲਾ ਕਰ ਲਈਏ ਕਿ ਵਾਹਿਗੁਰੂ ਦਾ ਨਾਮ ਨਹੀਂ ਜਪਣਾ, ਸਾਡੇ ਵਾਹਿਗੁਰੂ ਦਾ ਨਾਮ ਨਾ ਜਪਣ ਦੇ ਨਾਲ ਵਾਹਿਗੁਰੂ ਛੋਟਾ ਨਹੀਂ ਹੋ ਜਾਣਾ, ਫਿਰ ਵਾਹਿਗੁਰੂ ਦਾ ਨਾਮ ਕਿਉਂ ਜਪਣਾ? ਸ਼ੰਕਾਵਾਦੀ ਪੁਰਸ਼ ਕਹਿੰਦਾ ਵਾਹਿਗੁਰੂ ਦਾ ਨਾਮ ਕਿਉਂ ਜਪਣਾ? ਨਿਤ ਰੋਜ਼ ਦੀ ਦੁਨੀਆ ਦੇ ਵਿੱਚ ਦੇਖਦੇ ਆ ਗੁਰੂ ਪਿਆਰਿਓ, ਕਈ ਵਾਰੀ ਚੋਟ ਲੱਗ ਜਾਂਦੀ, ਉਂਗਲੀ ਕੱਟੀ ਜਾਂਦੀ ਹੈ, ਡਾਕਟਰ ਦੇ ਕੋਲ ਜਾਂਦੇ ਆ, ਜਾ ਕੇ ਕਹਿੰਦੇ ਡਾਕਟਰ ਸਾਹਿਬ ਪਲੀਜ਼ ਮੇਰੀ ਉਂਗਲੀ ਕੱਟੀ ਗਈ, ਕਿਰਪਾ ਕਰੋ ਇਹਨੂੰ ਸਟਿਚਿੰਗ ਕਰੋ, ਪੱਟੀਆਂ ਕਰੋ। ਡਾਕਟਰ ਸਾਹਿਬ ਖਿਆਲ ਰੱਖਣਾ ਕਿਤੇ ਮੈਂ ਅੰਗਹੀਣਾ ਨਾ ਹੋ ਜਾਵਾਂ, ਕਿਤੇ ਮੇਰੀ ਉਂਗਲੀ ਕੱਟੀ ਨਾ ਜਾਵੇ। ਗੁਰੂ ਪਿਆਰਿਓ, ਡਾਕਟਰ ਸਟਿਚਿੰਗ ਕਰਦਾ, ਪੱਟੀਆਂ ਕਰਦਾ, ਸਮਾਂ ਪਾ ਕੇ ਉਂਗਲੀ ਠੀਕ ਹੋ ਜਾਂਦੀ ਹੈ। ਸਾਧ ਸੰਗਤ, ਨਾਲੇ ਡਾਕਟਰ ਨੂੰ ਪੱਲਿਓਂ ਪੈਸੇ ਦਿੰਦੇ ਆ ਤੇ ਨਾਲੇ ਦੋਵੇਂ ਹੱਥ ਜੋੜ ਕੇ ਥੈਂਕਸ ਜਾਂ ਧੰਨਵਾਦ ਡਾਕਟਰ ਦਾ ਕਰਦੇ ਆ। ਡਾਕਟਰ ਨੇ ਇੱਕ ਉਂਗਲੀ ਠੀਕ ਕੀਤੀ, ਮਾਫ ਕਰਨਾ, ਉਹਦਾ ਧੰਨਵਾਦ ਕਰਦੇ ਆ। ਪਰ ਗੁਰੂ ਪਿਆਰਿਓ, ਜਿਸ ਵਾਹਿਗੁਰੂ ਨੇ 5, 5.5 ਫੁੱਟ 6 ਫੁੱਟ ਲੰਬਾ ਇਹ ਕੱਦ ਜਾਨੀ ਸਰੀਰ ਦਿੱਤਾ, ਕਦੇ ਸੋਚਿਆ ਉਸ ਵਾਹਿਗੁਰੂ ਦਾ ਵੀ ਕਦੇ ਧੰਨਵਾਦ ਕਰਨਾ? ਕਦੇ ਖਿਆਲ ਆਇਆ ਕਿ ਉਸ ਪਰਮੇਸ਼ਰ ਦਾ ਵੀ ਕਦੇ ਧੰਨਵਾਦ ਕਰਨਾ, ਮਾਫ ਕਰਨਾ? ਪਾਤਸ਼ਾਹ ਕਹਿੰਦੇ ਨੇ 10 ਵਸਤ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। 10 ਵਸਤੂਆਂ ਸਾਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀਆਂ ਨੇ। 2 ਅੱਖਾਂ, 2 ਕੰਨ, ਨੱਕ, ਮੂੰਹ, 2 ਹੱਥ, 2 ਪੈਰ, ਇਹ 10 ਵਸਤੂਆਂ ਬਖਸ਼ੀਆਂ ਨੇ। ਪਰ ਮਾਫ ਕਰਨਾ, ਜੇ 10 ਦੇ ਵਿੱਚੋਂ ਵਾਹਿਗੁਰੂ ਕਿਸੇ ਨੂੰ ਇੱਕ ਨਾ ਦੇਵੇ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਤੇ ਗਿਲਾ ਕਰਦੇ ਹਾਂ। ਕਿਸੇ ਦੇ ਘਰੇ ਬੱਚਾ ਜਨਮ ਲੈ ਲਵੇ, ਬੱਚਾ ਜਨਮ ਤੋਂ ਅੰਧਾ ਹੋਵੇ, ਮਾਂ-ਬਾਪ ਕਹਿੰਦੇ ਹਨ ਰੱਬਾ ਪੁੱਤਰ ਤੇ ਦਿੱਤਾ ਸੀ ਕਿ ਜੇ ਅੱਖਾਂ ਹੀ ਦੇ ਦਿੰਦਾ। ਸਾਧ ਸੰਗ ਕਈਆਂ ਦੇ ਬੱਚੇ, ਕਈ ਬੱਚੇ ਜਨਮ ਤੋਂ ਗੂੰਗੇ ਤੇ ਬਹਿਰੇ ਪੈਦਾ ਹੁੰਦੇ ਨੇ। ਸਾਧ ਸੰਗਤ, ਮਾਂ-ਬਾਪ ਕਹਿ ਦਿੰਦੇ ਨੇ ਰੱਬਾ ਪੁੱਤਰ ਤੇ ਦਿੱਤਾ ਸੀ ਕੀ ਜੇ ਕਦੇ ਜ਼ਬਾਨ ਹੀ ਦੇ ਦਿੰਦਾ, ਕੀ ਕਦੇ ਕੰਨਾਂ 'ਚ ਸੁਣਨ ਦੀ ਸ਼ਕਤੀ ਦੇ ਦਿੰਦਾ। ਕਈ ਬੱਚੇ ਜਨਮ ਤੋਂ ਲੂਲੇ ਪੈਦਾ ਹੁੰਦੇ ਨੇ, ਪੈਰ ਹੀ ਨਹੀਂ ਹੁੰਦੇ, ਕਈਆਂ ਦੇ ਹੱਥ ਹੀ ਨਹੀਂ ਹੁੰਦੇ। ਮਾਂ-ਬਾਪ ਗਿਲਾ ਸ਼ਿਕਵਾ ਕਰਦੇ ਕਹਿੰਦੇ ਹਨ, ਹੇ ਰੱਬਾ
ਪੁੱਤਰ ਤੇ ਦਿੱਤਾ ਸੀ ਵਹਿਰੂ, ਕੀ ਸੀ ਜੇ ਪੈਰ ਹੀ ਦੇ ਦਿੰਦਾ, ਹੱਥ ਹੀ ਦੇ ਦਿੰਦਾ। ਪਾਤਸ਼ਾਹ ਫਰਮਾਉਂਦੇ ਨੇ 10 ਵਸਤੂਆਂ ਲੈ ਕੇ ਭੁੱਲ ਗਿਆ। ਜਿਨ੍ਹਾਂ ਨੂੰ ਹੱਥ ਨਹੀਂ ਦਿੱਤੇ ਜਨਮ ਤੋਂ, ਜਿਨ੍ਹਾਂ ਨੂੰ ਪੈਰ ਨਹੀਂ ਦਿੱਤੇ ਜਨਮ ਤੋਂ, ਜਿਨ੍ਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਜਨਮ ਤੋਂ, ਉਹ ਤੇ ਗਿਲਾ ਕਰਦੇ ਨੇ, ਪਰ ਤੈਨੂੰ ਤੇ ਸਭ ਕੁਝ ਹੀ ਦਿੱਤਾ, ਤੂੰ ਕਾਹਦਾ ਗਿਲਾ ਕਰ ਰਿਹਾ ਹੈ? ਮਾਫ ਕਰਨਾ। ਪਾਤਸ਼ਾਹ ਫਰਮਾਉਂਦੇ ਨੇ ਤੂੰ 10 ਵਸਤੂਆਂ ਲੈ ਕੇ ਭੁੱਲ ਗਿਆ। 10 ਵਸਤ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਧੀ ਨਾ ਦੇ 10 ਪੀਹਿਰ ਲੈ, ਜੇ ਵਹਿਰੂ 10 ਵਿੱਚੋਂ ਤੈਨੂੰ ਇੱਕ ਵੀ ਚੀਜ਼ ਨਾ ਦੇਵੇ ਤੇ 10 ਵੀ ਤੇਰੇ ਕੋਲੋਂ ਖੋਹ ਲਵੇ, ਤੋ ਮੂੜਾ ਕੋ ਕਹਾ ਕਰੇ ਮੂਰਖਾ। ਤੂੰ ਉਸ ਵਹਿਰੂ ਦਾ ਕੀ ਕਰ ਲਵੇਂਗਾ? ਤੂੰ ਉਸ ਪਰਮੇਸ਼ਰ ਦਾ ਕੀ ਕਰ ਲਵੇਂਗਾ? ਝਾਤੀ ਮਾਰ ਕੇ ਵੇਖ, ਕਿੰਨੇ ਦੁਨੀਆ ਤੇ ਅੰਧੇ ਤੁਰੇ ਫਿਰਦੇ ਨੇ। ਉਹਨਾਂ ਜਨਮ ਤੋਂ ਅੰਧੇ ਤੁਰੇ ਫਿਰਦੇ ਨੇ, ਉਹਨਾਂ ਨੇ ਪਰਮੇਸ਼ਰ ਦਾ ਕੀ ਕਰ ਲਿਆ? ਕਿੰਨੇ ਦੁਨੀਆ ਤੇ ਜਨਮ ਤੋਂ ਲੰਗੜੇ ਤੁਰੇ ਫਿਰਦੇ ਨੇ, ਉਹਨਾਂ ਨੇ ਪਰਮੇਸ਼ਰ ਦਾ ਕੀ ਕਰ ਲਿਆ? ਪਰ ਪਾਤਸ਼ਾਹ ਕਹਿੰਦੇ ਨੇ ਏਕ ਵੀ ਨਾ ਦੇ 10 ਪੀਹਿਰ ਲੈ, ਤੋ ਮੂੜਾ ਕੋ ਕਹਾਂ ਕਰੇ। ਜਿਸ ਸਾਹਿਬ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਮਹਾਰਾਜ ਕਹਿੰਦੇ ਨੇ ਜਿਸ ਮਾਲਕ ਨੇ, ਜਿਸ ਪ੍ਰਭੂ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਉਸ ਵਹਿਰੂ ਦਾ ਤੂੰ ਨਾਮ ਨਹੀਂ ਜਪਦਾ, ਭਜਨ ਨਹੀਂ ਕਰਦਾ, ਫਿਰ ਤੇਰੇ ਮਨੁੱਖਾ ਜਨਮ ਧਾਰਨ ਕਰਨ ਦਾ ਫਾਇਦਾ ਹੀ ਕੀ ਹੈ? ਕਿਤੇ ਹਰੀ ਜਤ ਹਰੀ ਕੀਰਤਨ ਹੋ ਰਿਹਾ ਸੀ। ਸਾਧ ਸੰਗਤ ਜੀ, ਇੱਕ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਨੇ, ਕੋਈ ਗਰੀਬ ਪੁਰਸ਼ ਪੈਰ ਦੇ ਵਿੱਚ ਜੁੱਤੀ ਨਹੀਂ, ਤਨ ਢੱਕਣ ਨੂੰ ਚੰਗੇ ਕੱਪੜੇ ਨਹੀਂ। ਕਈ ਵਾਰੀ ਬੰਦਾ ਦੂਜੇ ਦੀ ਚੰਗੀ ਮਸਦੀ ਕਾਰ ਵੇਖ ਕੇ ਸਕੂਟਰ ਤੇ ਜਾ ਰਿਹਾ, ਕੋਈ ਪ੍ਰੇਮੀ ਕਹਿ ਦਿੰਦਾ ਰੱਬਾ ਮੈਨੂੰ ਤਾਂ ਸਕੂਟਰ ਹੀ ਦਿੱਤਾ, ਅਮਕੇ ਨੂੰ ਕਾਰ ਦਿੱਤੀ, ਕਿੰਨੀ ਚੰਗੀ ਗੱਲ ਹੈ। ਜੇ ਚੰਗੀ ਗੱਲ ਹੁੰਦੀ, ਜੇਕਰ ਮੈਨੂੰ ਵੀ ਇੱਕ ਕਾਰ ਦੇ ਦਿੰਦਾ। ਇਹ ਸਕੂਟਰ ਤੇ ਜਾਣ ਵਾਲੇ ਵੀਰ, ਦੂਜੇ ਦੀ ਕਾਰ ਵੱਲ ਵੇਖ ਕੇ ਦੁਖੀ ਨਾ ਹੋ, ਆਪ ਤੂੰ ਨੀਵਿਆਂ ਵੱਲ ਵੇਖ। ਕਿੰਨੇ ਪੁਰਸ਼ ਨੇ ਜਿਨ੍ਹਾਂ ਦੇ ਕੋਲ ਸਕੂਟਰ ਨਹੀਂ, ਸਾਈਕਲਾਂ ਤੇ ਤੁਰੇ ਜਾ ਰਹੇ ਨੇ। ਇੱਕ ਸਾਈਕਲ ਤੇ ਜਾ ਰਿਹਾ, ਦੂਜੇ ਦੇ ਸਕੂਟਰ ਵੱਲ ਵੇਖ ਕੇ ਦੁਖੀ ਹੁੰਦਾ। ਵਹਿਰੂ ਕਿੰਨੀ ਚੰਗੀ ਗੱਲ ਹੁੰਦੀ ਜੇਕਰ ਤੂੰ ਮੈਨੂੰ ਵੀ ਇੱਕ ਸਕੂਟਰ ਦੇ ਦਿੰਦਾ। ਦੂਜੇ ਦੇ ਸਕੂਟਰ ਵੱਲ ਵੇਖ ਕੇ ਦੁਖੀ ਹੋਣ ਵਾਲੇ ਵੀਰ, ਜਰਾ ਆਪਣੇ ਤੋਂ ਨੀਵਿਆਂ ਵੱਲ ਵੇਖ। ਤੈਨੂੰ ਕਾਰ ਤਾਂ ਦਿੱਤੀ ਹੈ, ਕਿੰਨੇ ਨੇ ਜਿਨ੍ਹਾਂ ਦੇ ਕੋਲ ਸਾਈਕਲ ਵੀ ਨਹੀਂ ਹੈਗੀ। ਮਾਫ ਕਰਨਾ, ਸਾਥੋਂ ਪੈਦਲ ਤੁਰੇ ਜਾ ਰਹੇ ਨੇ, ਇੱਕ ਪੈਦਲ ਤੁਰਿਆ ਜਾ ਰਿਹਾ, ਦੂਜੇ ਦੀ ਸਾਈਕਲ ਵੱਲ ਵੇਖ ਕੇ ਦੁਖੀ ਹੁੰਦਾ। ਰੱਬਾ ਸਾਈਕਲ ਤੱਕ ਵੀ ਨਹੀਂ ਦਿੱਤੀ, ਪੈਦਲ ਤੁਰਿਆ ਜਾ ਰਿਹਾ। ਇਹ ਪੈਦਲ ਤੁਰ ਕੇ ਜਾਣ ਵਾਲੇ ਵੀਰ ਦੂਜੇ ਦੀ ਸਾਈਕਲ ਵੱਲ ਵੇਖ ਕੇ ਦੁਖੀ ਹੁੰਦਾ। ਝਾਤੀ ਮਾਰ ਕੇ ਵੇਖ, ਤੈਨੂੰ ਪਰਮੇਸ਼ਰ ਨੇ ਪੈਰ ਤੇ ਦਿੱਤੇ ਨੇ। ਕਿੰਨੇ ਲੋਕ ਨੇ ਜਿਹੜੇ ਪੈਰਾਂ ਤੋਂ ਬਿਨਾਂ ਹੀ ਸੰਸਾਰ ਦੇ ਵਿੱਚ ਜ਼ਿੰਦਗੀ ਜੀ ਰਹੇ ਨੇ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹੋ ਜਿਹਾ ਵਹਿਰੂ ਪਾਤਸ਼ਾਹ ਕਹਿ ਰਹੇ 10 ਵਸਤ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਹਰੀ ਜਤ ਹਰੀ ਕੀਰਤਨ ਹੋ ਰਿਹਾ। ਗਰੀਬ ਪੁਰਸ਼ ਪੈਰ ਵਿੱਚ ਜੁੱਤੀ ਨਹੀਂ, ਤਨ ਢੱਕਣ ਨੂੰ ਚੰਗੇ ਕੱਪੜੇ ਨਹੀਂ, ਫਟੇ ਪੁਰਾਣੇ ਕੱਪੜੇ, ਤੁਰਿਆ ਜਾ ਰਿਹਾ। ਇੱਕ ਪਾਸੇ ਹਰੀ ਜਤ ਹਰੀ ਕੀਰਤਨ ਹੋ ਰਹੇ ਨੇ, ਦੂਜੇ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਨੇ। ਗੁਰੂ ਕੇ ਸੇਵਾਦਾਰਾਂ ਨੇ, ਸਿੱਖਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਭਾਈ ਸਾਹਿਬ ਜੀ ਆ ਗੁਰੂ ਕੇ ਲੰਗਰ ਚੱਲ ਰਹੇ ਨੇ, ਪ੍ਰਸ਼ਾਦਾ ਛਕ ਕੇ ਜਾਇਓ। ਮਾਫ ਕਰਨਾ, ਇਹ ਗਰੀਬ ਪੁਰਸ਼ ਲੱਗਾ ਕਹਿਣ ਮੈਂ ਤਾਂ ਗੁਰੂ ਦਾ ਨਾਂ ਹੀ ਸੁਣ ਕੇ ਰਾਜੀ ਨਹੀਂ, ਮੈਂ ਤਾਂ ਪਰਮੇਸ਼ਰ ਦਾ ਨਾਂ ਹੀ ਸੁਣ ਕੇ ਰਾਜੀ ਨਹੀਂ। ਪਰਮੇਸ਼ਰ ਨੇ ਮੈਨੂੰ ਦਿੱਤਾ ਹੀ ਕੀ ਹੈ? ਮਾਫ ਕਰਨਾ, ਇਹ ਮੰਨਣਯੋਗ ਗੱਲ ਹੈ। ਇਹ ਕੌਡੀਆਂ ਵੱਧ ਘੱਟ ਤੇ ਸਾਰਿਆਂ ਨੂੰ ਪਰਮੇਸ਼ਰ ਨੇ ਦਿੱਤੀਆਂ ਨੇ। ਜਿਹੜੀਆਂ ਬਖਸ਼ਿਸ਼ਾਂ ਪਰਮੇਸ਼ਰ ਨੇ ਬੰਦੇ ਤੇ ਕੀਤੀਆਂ ਨੇ, ਗੁਰੂ ਪਿਆਰਿਓ ਦੁਨੀਆ ਦਾ ਚੱਕਰਵਰਤੀ ਰਾਜਾ ਵੀ ਕਿਸੇ ਤੇ ਨਹੀਂ ਕਰ ਸਕਦਾ। ਗੁਰੂ ਕੇ ਸਿੱਖਾਂ ਨੇ ਆਖਿਆ ਭਾਈ ਸਾਹਿਬ ਪ੍ਰਸ਼ਾਦਾ ਛਕਣ ਤੋਂ ਬਿਨਾਂ ਤੈਨੂੰ ਨਹੀਂ ਜਾਣ ਦੇਣਾ। ਉਹ ਲੱਗਾ ਕਹਿਣ ਪ੍ਰੇਮੀਓ ਮੈਂ ਤਾਂ ਪਰਮੇਸ਼ਰ ਦਾ ਨਾਂ ਸੁਣ ਕੇ ਰਾਜੀ ਨਹੀਂ, ਪਰਮੇਸ਼ਰ ਨੇ ਮੈਨੂੰ ਦਿੱਤਾ ਹੀ ਕੀ ਹੈ, ਮੈਂ ਪ੍ਰਸ਼ਾਦਾ ਨਹੀਂ ਜੇ ਛਕਣਾ। ਗੁਰੂ ਕੇ ਸਿੱਖਾਂ ਨੇ ਆਖਿਆ ਭਾਈ ਸਾਹਿਬ ਸਾਨੂੰ ਤਾਂ ਹੁਕਮ ਹੈ ਗੁਰੂ ਦਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ। ਗੁਰੂ ਪਿਆਰਿਆ
अभी ते तेनू प्रशादा छकण तो बिना जान नहीं देना। गुरु के सिखा ने रोकिया, इशनान करवाया, चिट्टे दुध वर्गे कपड़े पहनाए ते एदी बड़ी सेवा की। जदों बड़ी सेवा की 7 दिन अपने कोल रखिया ते 8वां दिन आ गया। एक गरीब पुरुष जदों लगा, साध संगत जी सिखा नूं कहंदा घर जाना, छुट्टी दिओ। जदों लगा घर मुड़न, गुरु के सिखा ने आख्या भाई साहब कुछ मौका सेवा दा होर बख्शो। ना जी ना, मैं हुण अपने घर जाना। सिखा आख्या चंगा भाई साहब इंज करो, जे घर जाना है ना रुपया साढ़े को 50,000 लै लो, अपनी खब्बी लत्त कट के दे जो। लगा कहन कमाल दी सेवा की मेरी, माफ करना 50,000 रुपये बदले लत्त कट के दे जा। ये लत्तां भी भला कोई कट के देंदा हुंदा? जे मैं लत्त कट के दे दी तो मैनू लोकी लंगड़ा आख्या करनगे। सिखा आख्या भाई साहब मुफ्त नहीं मंगते, 50,000 रुपया तेनू दे रहे। ना भाई ना, मैं लत्त नहीं कट के देनी। गुरु के सिखा ने आख्या जे लत्त नहीं कट के देनी रुपया लख लै लो, एक बांह कट के दे जो। चंगी सेवा की भी मेरी। कहते लत्त कट के दे जा, बांह कट के दे जा। जे बांह कट के देती लोकी मैनू टुंडा आख्या करनगे। लख दे बदले भला बांहां मिलदियां ने, 50,000 दे बदले भला किते लत्तां मिलदियां ने। गुरु के सिखा ने आख्या जे लत्त नहीं कट के देनी, बांह नहीं कट के देनी, इंज कर भाई अपनी एक अख कढ़ के दे जा। कहंदा कमाल दी गल है, जे अख कढ़ के देती मैनू लोकी काना आख्या करनगे। ये अखां भला 2 लाख रुपये के बदले मिलदियां ने। साध संगत जी गुरु के सिखा ने कहना कीता भाई साहब 2 लाख रुपया दे रहे हैं, एक अख कढ़ के दे जा। ना भाई ना, चंगी सेवा की है। आख्या प्रेमियों ये लत्तां बावां ते अखां किते मुद मिलदियां ने। गुरु के सिखा ने आख्या प्रेमिया तू कहंदा सैना रब ने मैनू की दिता है, परमेश्वर ने मैनू की दिता है। प्रेमिया असीं ते तेनू लत्त दे बदले 50,000 रुपया दिंदे हां, एक हाथ दे बदले तैनू लाख रुपया दिंदे हां, एक अख दे बदले तैनू 2,000 रुपया दिंदे हां। माफ करना ते जेड़े परमेश्वर ने तैनू आ हीरे वर्गा शरीर दिता है ओनू भी कोई कीमत दिती है कि नहीं दिती? ताहां निकल गईयां। लगा कहन सिखो मैनू रब ने सब कुछ दिता है, रब ने मैनू ओ कुछ दिता है जो दुनिया का चक्रवर्ती बादशाह किसी नू नहीं दे सकता। पंजवें पातशाह फरमाउंदे ने जिस साहब सू नाही चारा ताको कीजै सद नमस्कारा। वहरू ते दाता ही बख्शिश करी जांदा है, बख्शिशा ही करी जांदा है। ताहां निकल गईयां भराओ, सचमुच जो बख्शिशा वहरू बंदे ते करदा है इहो जिहियां बख्शिशा तां दुनिया का कोई चक्रवर्ती बादशाह भी किसी ते नहीं कर सकता। ताहां निकल गईयां। तदे पातशाह कहंदे ने जिस वहरू ने तेनू इहो जिहा शरीर दिता है, इन्नियां तेरे ते बख्शिशां कीतियां ने, ओए तू ओहदा नाम भी नहीं जप सकदा, तू उस वहरू नू नमस्कार भी नहीं कर सकदा। महाराज तीजे पातशाह फरमाउंदे ने ए शरीरा मेरेया इस जग में आए कै क्या तुद कर्म कमाया, के कर्म कमाया तुद शरीरा जा तू जग में आया। की कम कीते दुनिया दे विच आके बंदा भुल जांदा है। कोई वड्डी गल नहीं, बड़े बड़े भुलते देखे ने। दुनिया की हद इत्थे तक ही है ना, माटी को पूतरा कैसे नचत है, देखा देखा सुने बोले दौड़ो फिरत है। पर गल की है जब किश पावत तब गर्भ करत है। जदों 4 पैसे आ गए रब बन के बह जाता है, पर जदों 4 पैसे चले गए माया गई तब रोमन लगत है। पातशाह कहंदे ने ओ समा याद कर काहे फिरत भयो, फूलिया फूलिया जो 10 मास
उर्दमुख रहता सो दिन कैसे भुलिया। महाराज कहते ने ओ वेला याद कर जदों 10 महीने मां दे गर्भ च पुट्ठा लटकदा सै, 1.5-2 किलो खादा राशन, माता दा मल मूत्र गंदगी विष्टा दा रूप धारण करके तेरियां नासां तो जांदा सी, नासां दे उत्तों दी जांदा सी। ओ वेला याद कर। महाराज कहते ने माफ करना एवें फुलिया ना, फिर फुलिया ही नहीं फिरदा, तू भुलिया भी फिरदा फरदा। फुलिया फुलिया कानू फिरदा, भुलिया भुलिया फिरदा, फुलिया फुलिया फिरदा, फुलिया फुलिया। सतगुरु पातशाह नूं बाणी विच दसदे ने शीशे विच मूँह वेखीगे तो पता लगदा जिवें शीशा मूँह दसण लग्या किसी का लिहाज नहीं रखदा खालसा जी, इवें गुरु ग्रंथां दी बाणी खालसा जी साडीआं करतूतां दसण लग्या कोई लिहाज नहीं रखदी खालसा जी। इहनूं पातशाह कहंदे ने जिन्ना तू अपने आप नूं पवित्र समझ बैठा, जिन्ना तू अपने आप नूं उच्चा ते सुच्चा समझ बैठा, तू है कौन है। ओ वेला याद कर तेरी रचना कित्थों रची की। तीसरे पातशाह कह रहे ने, इस तो सतगुरु पातशाह फरमाउंदे ने, इधर गुरु दा बख्शिशकारा ने ए शरीरा मेरिया जेड़े कहंदे ने नाम क्यों जपना है, कहो वाहिगुरू। ए मनुखा जन्म मिलिया ही नाम जपण वास्ते, ते नाम ना जपना हुंदा ते एक घर 84 लाख जूनियां होर भी हैगियां ने। नाम सिर्फ मनुखा जन्म प्राप्त करके जपिया जाना, जन्म मिलिया ही नाम जपण वास्ते। खालसा जी जरा ध्यान देना पवेगा। सतगुरु पातशाह बख्शिशकारा ने हजूर फरमाउंदे ने, किस गंदगी तो तेरे शरीर की रचना रची गई, रक्त बिंद कर निम्मिया अगन उदर मिहार माता दे गर्भ विच। हजूर फरमाउंदे ने, किस गंदगी तो तेरे शरीर की रचना रची गई, रक्त बिंद कर निम्मिया मां की बिंद ते पिता की बीज। जिस वाहिगुरू ने तेरे शरीर की रचना की, पंजवें पातशाह सुखा की मणि सुखमणी साहब की बाणी च दसदे ने, जिन तू साज तुहार सिकारिया गर्भ अगन में जिने उलवारिया, भगवता तुझे प्यारे दूध पर जो मन भोजन सुख दूध। किस गंदगी तो परमेश्वर ने तेन साजिया, जिन तू साज सवारिया, अखां दी थां ते अखां, नक दी थां ते नक, पैरां दी थां ते पैर, ते हत्थां दी थां ते हत्थ, कन्नां दी थां ते कन्न लाए। हजूर फरमाउंदे ने, तेरे मालिक ने, तेरे प्रभु ने तेरे शरीर की रचना किवें कीती। सतगुरु गुरु अमरदास जी महाराज फरमाउंदे ने, एक हीरा
दुनिया में आ तो गया पर कर्म की कीता कि कर्म कमाया तो शरीरा जा तू जग में आया पाचा प्रमोदन जिन हर तेरा रचन रचिया ओ वाहगुरु जिन्हें तेरे शरीर की रचना रची सो हर मन न बताया जिन्हों बड़ी रचना बुनाई है सारे मूर्खा प्यारे जिन्हें तेरी रचना बुनाई है सारे मूर्खा सारे मूर्खा प्यारे जिन्हें तेरी रचना बुनाई है सारे मूर्खा साडा काम कौन करूंगा ओ मेरा याद कर जदों मां दे गर्भ च पुट्ठा लटकदा सी उदों तेरे काम कौन करदा सी जिथे दुनिया दा कोई साख संबंधी भैन भाई मां बाप तेरी इमदाद नहीं सी कर सकदा कई कहंदे ने काम कर लागे साथ संग रोटी किथों खावांगे माफ करना अजूर फरमाउंदा ने जदों मां दे गर्भ च पुट्ठा लटकदा सी
परमेश्वर बंदे ते बख्शिशा करदा गया। एक बारी कह दिओ ना वैगुरू पहली बख्शिश कीती इहनूं किस गंदगी तू इहदे शरीर की रचना की रक्त बिंद करन मैया अगन माया किस गंदगी तू एडी वड्डी बख्शिश इहदा शरीर की रचना कित्थों रची गई। फिर मां के गर्भ च प्रतिपालना की 150 किलो खादा राशन माता का मां के गर्भ की जठरा ना दी मां करना खालसा की अगन 150 किलो खादे राशन मल मूत्र गंदगी विटा बना के रख दी साड़ के रख दी उस राशन विचारन वाली गल है। मां का खादा राशन जेड़े सज्जन मीट खांदे ने मांस खांदे ने आप नूं मनना पऊगा खालसा जी जेड़ा बच्चा जन्म लैंदा बच्चे दे शरीर दा मांस जेड़ा मांस खाण वाले सज्जन मांस खांदे ने उस मांस दे नालों करोड़ां गुणा जन्म लैंदे बच्चे दे शरीर दा मांस नरम हुंदा है कोमल हुंदा। ठीक है कि गलत? कोमल हुंदा। खालसा दी माता दा खादा मांस जो बीबियां मावां मांस खादियां ने बीबियां भैणां जिहड़ियां मांस खादियां ने मां दा खादा मांस माता दे गर्भ की जठरा नां दी अग्नि ने भस्म करके गंदगी बना दिता गंदगी बना के रख दिता। पर वेखण वाली गल खादा मांस दा भस्म हो गया उसदे मां दे गर्भ दे विच खालसा दी बच्चा भस्म क्यों ना हो गया? पता क्यों ना बच्चा क्यों ना गर्भ भस्म हो गया? सतगुरु पंजवें पातशाह प्रमोद ने उत्थे वैगुरू जीव नूं अपना नाम दे के ना जी रखिया करना मत गर्भ मैं अपन सिमरन दे तू रखण हारे मां दे गर्भ विच भी वैगुरू इनू अपना नाम दे के यदि रखिया करता खालसा जी। सतगुरु गुरु अमरदास जी महाराज फरमाते ने माता के उदर में प्रतिपाल करे सो क्यों मनो विसारी इहो जा दाता जेड़ा माता ने उदर विच पालदा ओनू क्यों विसारे मूर्खा जेड़ा माता ने जेड़े कहंदे ने नाम जपण लग गए साडे काम किवें करे कौन करेगा साडे काम किवें चलणगे नाम जप के ते वेखो पहले ही कही जाते हो नाम जपण लग गए साडे काम कौन करूगा नाम जप के वेखो
जिस दिन तुसीं नाम जपण लग गए तुहाडे काम गुरु नानक साहब करनगे खालसा जी। नाम जप के तो वेखो परमेश्वर बख्शिशां करदा गया। पहले नंबर पे किस गंदगी तो इहदे शरीर की रचना की गई। दूजे नंबर पे माता के गर्भ की अग्नि विच वहरू परमेश्वर दिता तू समरथ जिथे कोई ना है वो तेरी अग्नि उदरमा है। इन्हें जन्म लिया जन्म जेड़े कहते हैं नाम जपण लग गए तुहाडे काम किवें चलणगे। दसवें पातशाह प्रमोदर मूर्खा तेनू कमां दा फिक्र है जदों तेरे दंद नहीं सन। दंदा तो बिना रोटी नहीं खाधी जा सकती। जदों तेरे दंद नहीं सन तैनू पीण वास्ते दुध दिता। जब दंद नहीं तो दूध दियो जब दंद दियो तो अन्न दे। जदों तेरे दंद नहीं सन तैनू पीण वास्ते दुध दिता ते जदों मालिक तैनू दंद देवेगा उदों तैनू भला अन्न नहीं देवेगा। गुसाई तुलसीदास बच्चा जब जन्म लैंदा सब तो पहला ਇਹਦਾ प्यार अपनी मां के थाने ना पैंदा। गुरु नानक पातशाह जी ने अपनी बाणी दे विच नक्शा खिंचिया खालसा जी। पहले प्यार लगा थान दुध दूजे माए बाप की सत तीजे भैया भाई देव चौथे प्यार को बनी खेड़ा। ਇਹਦਾ सब तो पहला प्यार अपनी मां के थान ना पैंदा। माफ करना गुसाई तुलसीदास जी हिंदू मत के एक बहुत बड़े महापुरुष होए ने। दोपहर का समा कहते हैं एक दिन गुसाई तुलसीदास जी इस घर विच मंगण वास्ते गए ने। दरवाजा लग्या होया सतनाम का आवाजा दिता। अंदरों खालसा जी एक नौजवान बीबा जिन्हें दरवाजा खोलिया। माफ करना गुसाई तुलसीदास जी ते नजर पई। आख्या भगत जी साईं जी की चाहिए। आख्या बीबा दो प्रशादे जे पक्के होण तां छक नूं मिल जाण जे नहीं तो कच्चा सीधा दे दे तैयार कर लगे। कुड़िया ते कच्चा सीधा लिजा के तैयार करके छक लवांगे। गुसाई तुलसीदास की नजर इस भैन दे थणा ते पई। पहले प्यार लगा थान दुध। इस नौजवान कुवार कन्या नूं पुछना कीता बीबा तेरे ए फोड़े कहन। वाहगुरू बख्शिशां करदा गया। वाहगुरू दीयां बख्शिशां दी हद नहीं पर इस कमबख्त बंदे दे भुलाउण दी हद नहीं। खालसा जी ए बख्शिशां प्राप्त कर करके परमेश्वर नूं भुलाउंदा ही गया। जदों ये गल कही बीबा तेरे ए फोड़े कहन एक कुवार कन्या पहले प्यार लगा थान दुध दूजे माए बाप की सत तीजे भैया भाभी देव चौथे प्यार बनी खेड़ा। एक कुवार कन्या कोई शर्मसार हुई नीवी पा के तो वापस मुड़ गई ते अपनी माता नूं आख्या माता कोई महात्मा आए ने दो प्रशादे मंगते ने कहते ने कोई खैर पाओ। पर माता उन्हां महात्मावां ने उन्हां महापुरखां ने मैनू ये गल कही बीबा तेरे ए फोड़े कहने। माई अगे वाली खालसा दी प्यार लगा थान दुध पहले प्यार लगा थान दुध प्यार लगा थान दुध प्यार लगा थान दुध। अगे बढ़ के महापुरुषों कहना किया महापुरखों की गल है।
आख्या माता दो प्रशादे चाहिए ने, जां को कच्चा राशन मिल जा कुटिया दे ले जाके तैयार करके छक लवांगे। आख्या माता मैं देखिया तेरे बीबा दे फोड़े कहे ने। माता ने आख्या साईं जी ये फोड़े नहीं, एक वार करनी है, पहले प्यार लगा थन दुध। आख्या साईं जी समा पा के एदी शादी होगी, समा पा के एदी कुख तू बच्चे जन्म लैणगे। साईं जी फोड़े नहीं, जदों बच्चे एदी कुख तू जेडे बच्चे जन्म लैणगे उन्हां बच्चियां दी रोजी है, रोजी इन्हां विच। गुसाई तुलसीदास दीयां धाहां निकल गईयां, लगा कहण कदों शादी होगी, कदों एदी कुख तू बच्चे जन्म लैणगे ते रोजी पहला। उस मौके गुसाई तुलसीदास दीयां धाहां निकल गईयां ते जो हत्थ च कसीरा कटोरा फड़िया सी चला के परे मारिया। गुसाई तुलसीदास जी कहंदे सरकार तेरे जीवन नूं पैदा बनी परा रब तो पिछू पड़िया शरीर। तुलसीदास दातर मंदा तेनू अजे नहीं आउंदी तीर। तो दर मंगदा फिरदा तेनू अजे मालक ते भरोसा नहीं आउंदा। खालसा जी जेड़े कहंदे ने साडे काम कौन करूगा, ध्यान देकर सुनो गुरु प्यारिओ, अपनी मर्जी दे नाल एक बिजनेस शुरू कर सकते हैं। बंदा बहुत कुछ करता बड़ा बनने वास्ते, अपनी मर्जी नाल एक बिजनेस शुरू कर सकते हैं। बिजनेस करना तुहाडे हाथ विच तां हो सकता है, बिजनेस चले या ना चले इट इज नॉट इन आवर हैंड। ये तुहाडे हाथ विच नहीं है कि बिजनेस चले या ना चले। अपनी मर्जी दे नाल एक बीज बीज सकते हैं, बीज ना तुहाडे हाथ विच है। बीज उगे या ना उगे ये साडे हाथ विच नहीं है। खालसा दी ते फिर कहना पऊगा जिसदा दिता सावड़ा जिसका ये करवात जान हुकुम न चली लाल पटु चले अरदास। आओ गुरु प्यारिओ, कह दिंदे ने लोकी रब किने वेखिया, चार कौड़ियां आ जाण ते बंदा खुद ही रब बन के बह जांदा है। कहंदा रब किने वेखिया, रब एवें नहीं अमरीका सारी दुनिया के उत्ते राज कर रहा। अमरीका के खालसा दी डॉलर नूं पढ़ के वेखो, अमरीका के हर डॉलर ते लिखिया ट्रस्ट इन गॉड। असी रब ते यकीन रखते हैं, असी परमेश्वर ते विश्वास रखते हैं। जिसके मन को की परसीत दिखावे हर प्रभुजीत। ਉਹਦੇ ਹੱਥ ਆਰਡਰ ਤੇ ਲਿਖਿਆ ਕਿ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਹਾਂ, ਪਰਮੇਸ਼ਰ ਨੂੰ ਦੀ ਹੋਂਦ ਨੂੰ ਮੰਨਦੇ ਹਾਂ। ਐਵੇਂ ਨਹੀਂ ਅਮਰੀਕਾ ਸਾਰੀ ਦੁਨੀਆ ਤੇ ਰਾਜ ਕਰ ਰਿਹਾ, ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ। ਅਮਰੀਕਾ ਦੇ ਮੁਕਾਬਲੇ ਦੀ ਦੂਜੀ ਤਾਕਤ ਸੀ, ਦੂਜੀ ਪਾਵਰ ਸੀ ਰਸ਼ੀਆ। ਰਸ਼ੀਆ ਕਹਿੰਦਾ ਸੀ ਨਾ ਰੱਬ ਕਿਨੇ ਵੇਖਿਆ। रशिया कहता सी वी बिलीव इन नेचर नॉट इन गॉड। असी नेचर विच विश्वास रखते हैं, रब नूं नहीं मानते। पर फिर क्या रशिया दे विच लोहे दा सुहागा, उत्थे लोकी एक रोटी दे टुकड़े नूं तरस रहे ने। एवें नहीं बादशाह फरमाउंदे कत्ल कर मामले दोष न कहूं जोगा पर जिते लिया मत सबना ने जाना, मरण तो बाद शरीर ने मुर्दा होना। जेड़ा मनुखा जन्म प्राप्त करके खालसा जी वाहिगुरू परमेश्वर का नाम नहीं जपदा, गुरु साहब कहते हैं वह जूंदे ही मोए ने, वह तो जूंदे ही मुर्दे ने जेड़े परमेश्वर का नाम नहीं जपते। अंतर सुरत ज्ञान नहीं पैकी नहीं बिंद नानक मोया ना क्या मारना जो आप मारे गोविंद।
बंदे ਜਿਹੜੇ परमेश्वर का नाम नहीं जपते, वैसे तो बंदा मर जाता, कह दिंदे ने कि यह मुर्दा हो गया। कई बारी खालसा दी मैदान जंग दे विच खालसा दी दुश्मन की दुश्मन नाल टक्कर हो जाती है, ते जे एक दुश्मन दूजे दुश्मन नूं मार देवे ना, वो वेखदा हुणे मर गया। ते जदों कोई मर जाए, जदों कोई मर जाए तो मरे नूं कोई नहीं मारदा, मरे नूं कोई मारदा, ये तो मर गया। वैसे तो बंदे ने मर के मुर्दा होना, पर महाराज कहते जिहड़े नाम नहीं जपदे वो जूंदे मरे ने। उन्होंने मरिया का की मारना है, मर के तो गुरु साहब कहते ने शरीर मुर्दा होना है, ते जिहड़े जूंदे जी वैसे का नाम नहीं जपदे उन्हां दी जमीर मर गई। जमीर महाराज कहते ने मोया ताकी मारना, 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 मोया ताकी परमेश्वर की निंदा करया करते सन। ऐसे भी देखा ने खालसा जी जड़ा कहते ने रब किने वेखिया, वड्डिया वड्डिया नूं रब नजर आउंदा, सौ रब दी रब नजर आउंदा। रब कदों नजर आउंदा, परमेश्वर कदों नजर आउंदा, जदों एक पासे टेबल ते विस्की दी बोतल, दूजे पासे मार के बदोसा जीव डोंगे दे विच पा के रखिया होवे, तीजे पासे टीवी VCR चलता होवे, उत्थे रब दा की काम खालसा जी? रब याद आउंदा, वड्डिया वड्डिया नूं आउंदा। रब याद आउंदा जदों किसे नूं कैंसर दी बीमारी हो जाए, डॉक्टर कह दिंदे ने तेरा हुण इलाज नहीं। परमेश्वर याद आउंदा जदों किसे नूं दूजी बारी हार्ट अटैक हो जाए। वैसे तो पहली बारी हार्ट अटैक हो जाए तो आ जाता, पर दूजी बारी तो बहुत ही तसल्ली हो जाती है। परमेश्वर याद आउंदा, परमेश्वर याद आउंदा जदों किसी दी शुगर की बीमारी लास्ट स्टेज तक चली जाए। परमेश्वर याद आउंदा जदों किसी नूं पैरालाइसिस यानी अधरंग की बीमारी हो जाए। ना बाबा, रब सुखां दे वेले किथे याद आउंदा, सुखां दे वेले रब नहीं याद आउंदा। अखंड पाठ कराउंदे आ, रब्बा साडा फलाना काम हो जाए ते रब नाल भी धोखा करदे आ। महाराज किरपा करो साडा फलाना काम हो जाए ते अखंड पाठ करावांगे, जे काम हो गया फिर ते अखंड पाठ करावांगे, ते जे ना होया ते फिर ते नहीं कराउणा। रब दे सामने भी चलाक बनदे आ खालसा दी, काम हो गया कहो वाहिगुरू। कदे नहीं कोई कहता तुहाडा बच्चा मास्टर जी जे BA घर बैठा कर गया तो फिर बच्चे नूं स्कूल भेजांगे। कदी कोई कहंदा, कदी नहीं कोई कहंदा डॉक्टर साहब जी तुहाडा मरीज जे पहला ठीक हो गया तो दवाई फिर लवांगे, कहंदा कोई। कदी नहीं जिमीदार कहंदा कि फसल तां बीजूंगा जेकर पहला दाणियां दा बोल जां ढेर खेत विच लग जे। ते जदों गुरुद्वारे आउंदा कहंदा सच्चे पातशाह फलाना काम हो जाए, फलाना काम हो जाएगा ते अखंड पाठ करावांगा। तू अखंड पाठ पहला करा, तेरे काम ना होण पर गल की होई।
ਚੰਗੀਆਂ ਕਰਦਾ ਹੈ। ਚੱਕਰ ਲੱਗੇ ਚੱਕਰੀ ਨਾਲੇ ਕਾਰਵਾਨ ਕੱਲਾ ਕਰੇ ਕਨੇਰੀਆਂ ਉਹ ਛੱਡ ਨਾ ਪਾਏ ਸੋ ਨਾਸਤਿਕ ਪੁਰਸ਼ परमेश्वर की बड़ी निंदा करया करते सन। जा रब्बा तू जो साडा करना कर लै, गाली गलौज करना खालसा जी कर की नहीं सकता। परमेश्वर खालसा जी तो कर नहीं सकता। एक बारी कह दो वाहिगुरू, पुराना इतिहास पढ़ के देखी है, पुराने राजा महाराजा दियां 367 राणियां, किसी राजे दियां 2-2 राणियां। छाती मार के देख लो, रोज पढ़ते होंगे सन, रोज पढ़ते सन। गुरु साहब का 300 साल पहला कह गया 10वें पातशाह एक बार कह दो वाहिगुरू, पर बेटी को बेटी जाने पर स्त्री को मात बखाने। सतगुरु पातशाह अगे वधे ने ओहदी तेज स्पीड नाल तां साइंस भी अगे नहीं वधी खालसा जी। पर नारी क्यों नेहो बचावे गोबल सिंह और देखनी पावे। नहीं सी मुड़ना इन्हां लोकां ने, रोज पढ़ते तो वेख पराइयां चंगियां मावां भैणां धीआं करके जाने पढ़ते सन। इन्हां लोकां ने नहीं सी मुड़ना। ये तो होण लगे ने ना कहण, ये होण लगे ने कहण कि खालसा दी पराई औरत दी संगत तू बचो। साडे गुरु साहब दा 300 साल पहला कह गए ने इन्हां बंदे नहीं सी बनना, पर छड्डी परमेश्वर एड दी बीमारी खालसा जी। माफ करना जो चाहे तो कह दो वाहिगुरू, हो सकता कोई चाहे तो बीमारी इहो जी चल पे पता नहीं केसा धारी, ये भी कोई वड्डी गल नहीं। अजे वो चाहता ही नहीं, कहो वाहिगुरू ओ कर की नहीं सकता खालसा जी। चाहे तो अख के फुलकारे में दुनिया का तख्ता पढ़ सकता, परमेश्वर चाहे तो खालसा जी अख के फुलकारे च कलयुग तू सतयुग कर सकता है। नास्तिक पुरुष परमेश्वर की निंदा करया करते सन। जा रब्बा तू साडा की कर देगा, गाली गलौज करना खालसा जी। अनमल खाई तेरी शाही पाई मूर्ख अंधे अत दुबाई बिना बेटी खाए न पाई। सारी जिंदगी इन्हां नास्तिक पुरुषों की परमेश्वर की निंदा करदिया गुजर गई। जदों अंतिम समा आया करनी परमेश्वर की, इन्हां दोहां दी कट्ठियां दी मौत हो गई। लैण वास्ते जमदूत आ गए खालसा जी। जमदूतां ने मार ते कुटदे धर्मराजे दे सामने पेश किया। गुरबाणी च तुक आउंदी ओ मनमुख बंदे, ओ नास्तिक बंदे जिहड़े परमेश्वर दा नाम नहीं जपदे, ते तस्कर जो नाम ना लेवे वासा कोट 85। और झाती मार के वेख लो, साडे च 100 साल की जिंदगी कोई विरला भोग के जाएगा। पर गुरु साहब कहते ने ओ बंदे, ओ नास्तिक बंदे, ओ मनमुख बंदे, ओ साखत बंदे जेड़े परमेश्वर का नाम नहीं जपदे, ते तस्कर जो नाम ना लेवे वासा कोट 85। गुरु साहब कहते 50 करोड़ साल अगू अंदाजा ला लो। 50 करोड़ साल गुरु साहब कहते हैं साखत पुरुष नूं, तस्कर पुरुष नूं, नास्तिक पुरुष नूं 50 करोड़ साल नरक दे विच भोगना पैंदा। अगों झाती मार के वेखो, छोटी जी 4 दिन की जिंदगी ये माड़े पासे ला के ते असीं इन्ने नरक भोगण वाले भागी बन जाना। वासा कोट 85 नरक विच मनुख दा, वासा कोट 85 नरक विच मनुख दा।
ਜਮਦੂਤਾਂ ਨੇ ਮਾਰਦੇ ਕੁੱਟਦੇ ਇਹਨਾਂ ਨਾਸਤਿਕ ਪੁਰਸ਼ਾਂ ਨੂੰ ਧਰਮ ਰਾਜੇ ਦੇ ਸਾਹਮਣੇ ਪੇਸ਼ ਕੀਤਾ। ਕਹਿੰਦੇ ਨੇ ਧਰਮ ਰਾਜੇ ਨੇ ਲੇਖਾ ਵਾਚਿਆ, ਸਾਰੀ ਜ਼ਿੰਦਗੀ ਦੇ ਪਾਪ ਕਰਮ ਨਿਕਲੇ। ਜਮਦੂਤਾਂ ਨੂੰ ਹੁਕਮ ਦਿੱਤਾ ਅਮਕੇ ਨਰਕਾਂ ਵਿੱਚ ਪਾ ਦਿੱਤਾ ਜਾਏ। ਜਦੋਂ ਨਰਕਾਂ ਦੇ ਦੁੱਖ ਭੁਗਤਾਤੇ ਗਏ ਇਹਨਾਂ ਦੋਨਾਂ ਨਾਸਤਿਕ ਪੁਰਸ਼ਾਂ ਨੂੰ ਤੇ ਫਿਰ ਪਰਮੇਸ਼ਰ ਦੀ ਨਿੰਦਾ ਕਰਦੇ ਨੇ, ਜਾ ਰੱਬਾ ਇਸ ਉੱਤੇ ਤੂੰ ਸਾਡਾ ਕੀ ਕਰ ਲੇਗਾ, ਕਰ ਕੀ ਨਹੀਂ ਸਕਦਾ। ਕਰਨੀ ਪਰਮੇਸ਼ਰ ਦੀ ਗੁਰੂ ਪਿਆਰਿਓ। ਕਹਿੰਦੇ ਨੇ ਪਰਮੇਸ਼ਰ ਨੇ ਦੋਨਾਂ ਨਾਸਤਿਕ ਪੁਰਸ਼ਾਂ ਨੂੰ, ਇਹਨਾਂ ਦੋਨਾਂ ਨੂੰ ਇੱਕ ਘਰ ਵਿੱਚ ਜੁੜਵੇਂ ਜਨਮ ਦਿੱਤਾ। ਜੁੜਵੇਂ ਦੋਨਾਂ ਦੀ ਇੱਕ ਦੂਜੇ ਦੀ ਪਿੱਠ ਦੇ ਨਾਲ ਪਿੱਠ ਜੁੜੀ ਹੋਈ ਹੈ। ਇੱਕ ਦਾ ਮੂੰਹ ਪੂਰਬ ਵੱਲ ਸੀ, ਦੂਜੇ ਦਾ ਪੱਛਮ ਵੱਲ ਸੀ। ਸਮਾਂ ਪਾ ਕੇ ਜਦੋਂ ਸਿਆਣੇ ਹੋਏ, ਜਦੋਂ ਇੱਕ ਤੁਰਦਾ ਸੀ ਤੇ ਦੂਜਾ ਇੱਕ ਦੇ ਪਿੱਛੇ ਪਿੱਛੇ ਘਸੀਟਿਆ ਹੁੰਦਾ ਸੀ। ਜਦੋਂ ਦੂਜਾ ਤੁਰਦਾ ਸੀ ਤੇ ਇੱਕ ਦੂਜੇ ਦੇ ਪਿੱਛੇ ਪਿੱਛੇ ਘਸੀਟਿਆ ਤੁਰਿਆ ਆਉਂਦਾ ਸੀ। ਇਹ ਨਿੰਦਕ ਪੁਰਸ਼ ਕਹਿੰਦੇ ਨੇ, ਜਾ ਰੱਬਾ ਇਹ ਤੂੰ ਉੱਤੇ ਤੂੰ ਸਾਡਾ ਕੀ ਕਰ ਲੇਗਾ। ਫਿਰ ਗਾਲੀ ਗਲੋਚ ਕਰਦੇ, ਫਿਰ ਨਿੰਦਾ ਕਰਦੇ ਨੇ। ਸਮਾਂ ਬੀਤਦਾ ਤੁਰਿਆ ਗਿਆ। ਇੱਕ ਐਸਾ ਸਮਾਂ ਆਇਆ, ਪੋਹ ਦਾ ਮਹੀਨਾ ਤੇ ਸਰਦੀ ਦੀ ਰੁੱਤ। ਇਸ ਮਹੀਨੇ ਵਿੱਚ ਖਾਲਸਾ ਦੀ ਠੰਡ ਜ਼ਿਆਦਾ ਹੋਇਆ ਕਰਦੀ, ਸਰਦੀ ਜ਼ਿਆਦਾ ਹੋਇਆ ਕਰਦੀ। ਕਰਨੀ ਪਰਮੇਸ਼ਰ ਦੀ ਦੋਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ। ਇੱਕ ਮਰ ਗਿਆ, ਸੰਸਕਾਰ ਤਾਂ ਕਰਨ ਨੂੰ ਰਹਿ ਗਿਆ। ਜਿਹੜਾ ਸਾਥੀ ਜਿਉਂਦਾ ਸੀ, ਆਪਣੇ ਮੁਰਦਾ ਸਾਥੀ ਦੀ ਲਾਸ਼ ਪਿੱਠ ਨਾਲ ਚੱਕੀ ਫਿਰਦਾ, ਕਿਉਂਕਿ ਪਿੱਠ ਨਾਲ ਪਿੱਠ ਜੁੜੀ ਸੀ। ਜਦੋਂ 2 ਦਿਨ ਗੁਜ਼ਰੇ, ਅੱਜ ਖਾਲਸਾ ਦੀ ਠੰਡੀ ਪੁਰਵਾ ਚੱਲ ਰਹੀ, ਦੂਜੀ ਸਰਦੀ ਜੋਬਨ ਤੇ ਹੈ। ਇਹ ਜਿਉਂਦਾ ਸਾਥੀ ਰਾਤ ਨੂੰ ਸੌਣ ਲੱਗਿਆ ਜੇ ਰਜਾਈ ਲੈਂਦਾ, ਪਿੱਠ ਪਿੱਛੋਂ ਬਦਬੂ ਆਉਂਦੀ, ਕਿਉਂਕਿ ਮੁਰਦੇ ਸਾਥੀ ਦੀ ਲਾਸ਼ ਚੱਕੀ ਫਿਰਦਾ। ਜੇ ਰਜਾਈ ਲੈਂਦਾ ਤੇ ਬਦਬੂ ਆਉਂਦੀ ਹੈ, ਜੇ ਰਜਾਈ ਉਤਾਰਦਾ ਤੇ ਸਰਦੀ ਲੱਗਦੀ, ਠੰਡ ਲੱਗਦੀ ਹੈ। ਤਬ ਨਰ ਸੁੱਤਾ ਜਾਗਿਆ, ਉਦੋਂ ਆਂਦਾ, ਰੱਬਾ ਜੋ ਕੋਈ ਨਹੀਂ ਕਰ ਸਕਦਾ ਤੂੰ ਉਹ ਵੀ ਕਰ ਸਕਦਾ। ਖਾਲਸਾ ਦੀ ਅਤੇ ਹਜ਼ੂਰ ਫਰਮਾਉਂਦੇ ਨੇ, ਜਿੱਥੇ ਸਮੁੰਦਰ ਸਭ ਤੋਂ ਨਦੀ ਹੇਠ ਚਲਾਏਂਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡਾ ਵਡਮੇਗਣੀ ਸਿਰੋਂ ਸਿਰ ਧੰਦੇ ਲਾਏਂਦਾ। ਬੰਦਾ ਦੁਨੀਆ ਵਿੱਚ ਕਈ ਵਾਰੀ ਬੜਾ ਵੱਡਾ ਬਣਨ ਦੀ ਕੋਸ਼ਿਸ਼ ਕਰਦਾ, ਪਰ ਹਜ਼ੂਰ ਫਰਮਾਉਂਦੇ ਨੇ, ਆ ਝੂਠੀਆਂ ਵਡਿਆਈਆਂ ਵਿੱਚ ਵਿਚਰਨ ਵਾਲੇ ਇਨਸਾਨ, ਯਾਦ ਰੱਖ, ਜੇ ਮਾਲਕ ਦੀ ਨਜ਼ਰ ਉਲਟੀ ਹੋ ਗਈ ਨਾ, ਨਜ਼ਰ ਉਪੱਟੀ ਜੇ ਕਰੇ ਸੁਲਤਾਨਾ ਕਾ ਸਨਾਏਂਦਾ, ਹਰ ਮੰਜ਼ਿਲ ਤੇ ਨਾ ਪਾਏਂਦਾ, ਹਰ ਮੰਜ਼ਿਲ ਤੇ ਨਾ ਪਾਏਂਦਾ। ਤਾਂ ਤੈਨੂੰ ਗੁਰੂ ਸਾਹਿਬ ਯਾਦ ਕਰਾਉਂਦੇ ਨੇ, ਭਾਈ ਪੂਰਾ ਪੁੱਤ ਮਾਰੂ ਤੋਂ ਵਰੀਆ ਬੋਲ ਮਿਲਣ ਕੀ ਅਮਰ ਕਾਜ ਤੇਰੇ ਕੀਤੇ ਮਤਾ ਪੁੱਤ ਬਾਪ ਤੋਂ ਮਾਜੀ ਕੇਵਲ ਨਾਮ। ਸਾਡੇ ਮਾਂ-ਬਾਪ ਸਾਨੂੰ ਜ਼ਿੰਦਗੀ ਵਿੱਚ ਕਿੰਨੇ ਕੰਮ ਕਰਨ ਵਾਸਤੇ ਕਹਿੰਦੇ ਨੇ,
ਅਸੀਂ ਆਪਣੇ ਮਾਤਾ ਪਿਤਾ ਦੇ ਕਹਿਣ ਤੇ ਬਿਆੰਤ ਕੰਮ ਕਰਦੇ ਹਾਂ। ਸਾਡੇ ਮਾਂ-ਬਾਪ ਵੀ ਸਾਡੇ ਵਾਸਤੇ ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਕੁ ਕੰਮ ਕਰਦੇ ਨੇ, ਪਰ ਜਿੱਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦੇ ਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਿਰਫ ਇੱਕ ਕੰਮ ਕਰਨ ਵਾਸਤੇ ਕਹਿ ਰਹੇ, ਜ਼ਿਆਦਾ ਕੰਮ ਨਹੀਂ ਕਹੇ। ਗੁਰੂ ਸਾਹਿਬ ਨੇ ਜ਼ਿਆਦਾ ਕੰਮ ਨਹੀਂ ਕਹੇ। ਇਹ ਤੁਹਾਡੀ ਬਦਕਿਸਮਤੀ, ਇੱਕੋ ਹੀ ਕੰਮ ਕਿਹਾ ਤੁਹਾਨੂੰ ਤੇ ਅਸੀਂ ਉਹ ਵੀ ਕਰਨ ਵਾਸਤੇ ਤਿਆਰ ਨਹੀਂ। ਉਹ ਕੰਮ ਕਿਹੜਾ ਕਿਹਾ? ਆਵੋ ਇੱਕ ਸਤਿਗੁਰੂ ਕੇ ਪਿਆਰਿਓ, ਸ਼ਬਦ ਦੀ ਬਾਣੀ ਪਾਣੀ ਪਕਾਓ, ਪਾਣੀ ਨਾ ਫਿਰ ਪਾਣੀ। ਇੱਕ ਕੰਮ ਕਿਹਾ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਤੇ ਕੰਮ ਕਿਹੜਾ ਆਖਿਆ? ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ, ਜਪਿਓ ਸਾਰੰਗ। ਪਾਣੀ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿਰਫ ਇੱਕ ਕੰਮ ਕਰਨ ਵਾਸਤੇ ਕਿਹਾ, ਕੋਈ ਜ਼ਿਆਦਾ ਕੰਮ ਨਹੀਂ ਕਹੇ। ਜੇ ਕੋਈ ਜ਼ਿਆਦਾ ਕਹੇ ਹੁੰਦੇ ਤੇ ਵੇਦ ਤੇ ਸਵਾਲ ਹੀ ਪੈਦਾ ਨਹੀਂ ਸੀ, ਅਸੀਂ ਸ਼ਾਇਦ ਕੋਈ ਵੀ ਨਾ ਕਰਦੇ। ਅਸੀਂ ਤਾਂ ਇੱਕ ਕੰਮ ਕਿਹਾ ਗੁਰੂ ਸਾਹਿਬ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਬੀਰ ਜੀ ਕਹਿੰਦੇ ਨੇ ਕਿਆ ਪੜੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, पढ़े सुने क्या होई, जो सहज न मिलियो सोई। हर का नाम न जपत गुवारा, क्या सोचे बारंबारा। अंधियारे दीपक चाहिए, एक बस्त गोचर लई है, एक बस्त गोचर पाई, कड़ दीपक रहा समाई। क्या कबीर अब जानिया, कहते नाम जप के मैं ते जान लिया। कह कबीर अब जानिया, जब जानिया तो मन मानिया। जदों मैं जान लिया मेरा मन तो मन गया, पर मन माने लोक न भतीजे। मेरा मन तो मन गया परमेश्वर है, मेरा मन तो मन गया परमेश्वर के नाम नूं जपना चाहिए। पर कहते ने कह कबीर अब जानिया, जब जानिया तो मन मानिया। कहते ने मन माने लोग न भतीजे, मन ते मन गया लोकी नहीं मनदे, ना भतीजे तो क्या की। जे कहते ने जे लोकी नहीं मनदे मैं की करा, लोकी नहीं मनते। कहते मैं तो मन गया, पर मन मनिया लोक नहीं मनते। मैं किवें समझावां लोकां नूं, लोक नहीं मनदे, किवें समझावां लोकां नूं। Jai
तो क्या कीजै समा आग्ञा नहीं दिंदा। खालसा जी एक समा आया, समय आउंदे ने समय जांदे ने। सानू अकाल पुरख साहब ने, अकाल पुरख ने कैसा समा बख्शिया। श्री अकाल तख्त साहब के जथेदार सिंह साहब भाई रणजीत सिंह जी का जीवन पढ़ के वेखो खालसा जी। दास दे अखी वेखी गल है। सिंह साहब जिहड़े लोग कहंदे हुंदे सन ना झटका खा लो फलाना खा लो, सिंह साहब भाई रणजीत सिंह होरी अपना प्रशादा खालसा जी अपने हथी आप तैयार करते। कईयां ने कहा सिंह साहब जी तुसीं अपना प्रशादा अपने हथी तैयार करते हो। सिंह साहब लगे कहण भाई ये देखो अकाल पुरख ने मैनूं जिहड़ी सेवा बख्शी ना एक किड्डा उच्चा स्थान है। कहो वाहिगुरू। श्री अकाल तख्त साहब किन्ना उच्चा स्थान है, दुनिया के सारे स्थानों के नालों उच्चा स्थान है। ते इन्ने उच्चे स्थान की सेवा करने वास्ते जीवन भी उच्चा होना चाहिए, जीवन भी चंगा होना चाहिए। इस इंग्लैंड में अमरीका कनेडा च कीर्तन करते सन, कई कहते सन असीं ते संतां नूं नहीं मनते, असीं अकाल तख्त साहब के हुक्म नूं मनते आ। ते हुण अकाल तख्त साहब का हुक्मनामा कित्थे गया है? जग के कुर्सियां सुट दो सड़कों से, फिर सुट दो। खालसा जी माफ करना, सिंह साहब ने प्रण किया खालसा दी। परसों भी दास ने बेनती की कि भाई साहब जी जे गुरु घरां विच जाके संगत नूं कन्विंस ना करवाया तो संगतां माफ करना जिहड़े गुरु घरां च कुर्सियां लगियां ने संगतां कुर्सियां किवें चक्कणगीਆਂ। उस मौके सिंह साहब का इक्को ही जवाब सी, और लगे कहण माफ करना कि जिहड़े अकाल तख्त साहब के हुक्मनामे नूं नहीं मनते वो गुरु ग्रंथ साहब नूं भी की मनते ने। खालसा अकाल तख्त साहब का हुक्मनामा साडे वास्ते अकाल पुरख की आवाज है, अकाल पुरख का हुक्म है। अकाल तख्त की सिरजना सतगुरु गुरु हरगोबिंद साहब महाराज ने दिल्ली के तख्त के मुकाबले से की थी। खालसा जी कहो वाहिगुरू। गुरु हरगोबिंद साहब जी ने पंजवें पातशाह की शहीदी तो बाद जदों बाबा बुढ़ा जी गुरता गुरगद्दी का तिलक लगे देन, सतगुरु गुरु हरगोबिंद साहब जी लगे कहन बाबा जी हुण माला फेरन का समा नहीं रहा, हुण भगती दे नाल शक्ति वरतनी जसा योग है। बाबा जी इंज करो ये सैली टोपी बेदियां नूं दे दो जां तोशखाने च रख दो। बाबा जी साडे वास्ते तलवार लेके आओ, असीं जंग लड़ांगे। मीरी ते पीरी दियां दो तलवारां पैणीਆਂ ते गुरु साहब ने हुक्म किया खालसा दी असीं जंग लड़ांगे, तलवार लेके आओ। मीरी पीरी दियां दो तलवारां पैणीਆਂ, गुरता गुरगद्दी की थां ते अकाल तख्त की सिरजना की गई। गुरु हरगोबिंद साहब लगे कहन टिको दिल्ली के तख्त ते झूठ के फैसले होंदे ने, श्री अकाल तख्त ते सच के फैसले होया करनगे। खालसा जी माफ करना गुरु प्यारिओ, दास आप जी नूं बेनती करदा अमरीका कनेडा वर्गे कंट्रियां विच भी जिन्ना गुरु घरां दे लंगरां विच कुर्सियां लगियां ने, दास ने किते कीर्तन नहीं किया। और परसों भी जथेदार साहब नाल गल हो रही थी ते खालसा जी दास ने इक्को गल कही थी कि सिंह साहब जी साडे नाल कोई सेवा, तो जथेदार जी ने इक्को ही जवाब दिता सी। और लगे कल संतो जे तुसीं अकाल तख्त साहब दा हुक्म ना मनिया ते संगतां कित्थे मनणगीਆਂ। खालसा जी दास ने कहा सिंह साहब जी कुछ भी हो जाए मरदे दम तक दास श्री अकाल तख्त साहब दे एक हुक्म ते नहीं, जिन्ना भी हुक्मनामे श्री अकाल तख्त तो जारी होणगे समय तो समय दास उन्हां हुक्मनामिਆਂ ਦੇ ਉੱਤੇ फुल चढ़ावेगा। खालसा जी और दास आप जी बेनती करता खालसा जी जे आप एक छोटे जे मसले के उत्ते सारा सिख जगत सहमत नहीं हो सकता, माफ करना दास कई बारी कीर्तन बेनती करता हुंदा अभी रोज पढ़ते राज करेगा खालसा, राज तक कदों करूंगा। अजी ते अजे गुरुद्वारियां नूं चलाउण वाले सिख पैदा नहीं कर सके, जेड़े सिखां ने राज करना वो सिख तो गुरु नानक पातशाह कृपा करन हो जे सिख पैदा हो जाण। खालसा जी उन्हां कौमां दी सदा जित होंदी। कहो वाहिगुरू। उन्हां कौमां दी सदा जित होंदी जिन्हां कौमां दी एक रह होवे, जिहड़ियां कौमां दी एक रह होवे उन्हां कौमां दी सदा जित होंदी, जिहड़ियां कौमां दी एक रह होवे उन्हां बच्चियां दा रब राखा और जिन्हां बच्चियां दी मां डैन होवे। खालसा जी दूजी डैन तू तां मां बचा लूगी
ਬੱਚੇ ਨੂੰ, ਤੇ ਜਿਨ੍ਹਾਂ ਬੱਚਿਆਂ ਦੀ ਮਾਂ ਹੀ ਡੈਣ ਹੋਵੇ ਉਹਨਾਂ ਬੱਚਿਆਂ ਦਾ ਬਚਣਾ ਪਤਾ ਨਹੀਂ ਮਾਂ ਨੂੰ ਕਦੋਂ ਹਲਕ ਪੁੱਜ ਜਾਏ। ਉਹਨਾਂ ਬੱਚਿਆਂ ਦਾ ਰੱਬ ਰਾਖਾ ਜਿਨ੍ਹਾਂ ਬੱਚਿਆਂ ਦੀ ਮਾਂ ਡੈਣ ਹੋਵੇ। ਗੁਰੂ ਪਿਆਰਿਓ, ਆ ਹੁਣ ਸਮਾਂ ਆਗਿਆ ਨਹੀਂ ਦਿੰਦਾ। ਦਾਸ ਸਾਹਿਬ ਜੀ ਨੂੰ, ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਖਾਲਸਾ ਜੀ ਕਿਸੇ ਬੰਦੇ ਦੀ ਗੱਲ ਨਾ ਮੰਨੋ, ਕਿਸੇ ਹੋਰ ਬੰਦੇ ਦੀ ਗੱਲ ਨਾ ਮੰਨੋ। ਖਾਲਸਾ ਜੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਰੱਬੀ ਹੁਕਮਨਾਮਾ, ਇਹ ਉਹ ਪਵਿੱਤਰ ਸਥਾਨ ਹੈ। ਮਾਫ ਕਰਨਾ, ਕਹਿੰਦੇ ਨੇ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ। ਕਈ ਕਹਿ ਦਿੰਦੇ ਨੇ ਕਿ ਪਿਛਲੇ ਪੁਰਾਣੇ ਸਿੱਖ ਗਰੀਬ ਸਨ, ਅੱਜ ਦੇ ਸਿੱਖ ਅਮੀਰ ਨੇ। ਸਿੰਘਾ ਕਿੱਧਰ ਦੀ ਅਕਲਮੰਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਇੱਕ ਤੀਰ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਮਾਫ ਕਰਨਾ ਖਾਲਸਾ ਜੀ, ਜਿਸ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤੀਰ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਕੀ ਤੁਹਾਡਾ ਕੀ ਖਿਆਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਗਰਾਂ ਦੇ ਵਿੱਚ ਕੁਰਸੀਆਂ ਨਹੀਂ ਜੀ ਲਾ ਸਕਦੇ? ਮਾਫ ਕਰਨਾ ਗੁਰੂ ਪਿਆਰਿਓ, ਹੋਏ ਇਕੱਤਰ ਮਿਲੋ ਮੇਰੇ ਭਾਈ, ਗੋਤਕ ਬੈਠੋ ਸਭਾ ਵਿਛਾਏ। ਮਾਫ ਕਰਨਾ, ਗੁਰੂ ਘਰ ਦੇ ਵਿੱਚ ਸਾਰੀ ਰਾਤ ਦੀ ਰਹਿਣ ਸਭਾਈ ਦੇ ਕੀਰਤਨ ਹੁੰਦੇ ਨੇ। ਸਾਰੀ ਰਾਤ ਆਪਾਂ ਗੁਰੂ ਘਰ 'ਚ ਬੈਠੇ ਰਹਿੰਦੇ ਆ। ਕਹਿ ਦਿਓ ਵਾਹਿਗੁਰੂ। ਉਹ ਇੱਕ 10 ਮਿੰਟ ਗੁਰੂ ਕੇ ਲੰਗਰਾਂ ਦੇ ਵਿੱਚ ਬਹਿ ਕੇ ਸਾਨੂੰ ਰੋਟੀ ਲੰਗਰ ਛਕ ਲੱਗਿਆ ਕੀ ਹੋ ਜਾਂਦਾ। ਇਹਨਾਂ ਕੰਟਰੀਆਂ ਵਿੱਚ ਕਿਸੇ ਦੇ ਸੰਗਤ ਦੇ ਘਰਾਂ ਵਿੱਚ ਕਈ ਵਾਰੀ ਜਾਈਦਾ, ਘਰਾਂ ਵਿੱਚ ਜਾਣਾ ਤੇ ਜੋੜੇ ਬੂਹੇ ਦਰਵਾਜ਼ੇ ਤੋਂ ਬਾਹਰ, ਕਿਤੇ ਸਾਡੇ ਕਾਰਪੈਟ ਨਾ ਖਰਾਬ ਹੋ ਜਾਣ, ਜੋੜੇ ਖਾਲਸਾ ਦੀ ਆਪਣੇ ਘਰਾਂ ਤੋਂ ਬਾਹਰ ਲਾਉਂਦੇ ਆ। ਤੇ ਜਦੋਂ ਗੁਰੂ ਘਰ ਆਉਂਦੇ ਆ ਤੇ ਲੰਗਰਾਂ ਦੇ ਵਿੱਚ ਜੁੱਤੀਆਂ ਪਾ ਕੇ ਪ੍ਰਸ਼ਾਦਾ ਛਕਦੇ ਆ। ਮਾਫ ਕਰਨਾ, ਪੈਰਾਂ 'ਚ ਜੁੱਤੀਆਂ ਪਾਈਆਂ ਹੁੰਦੀਆਂ ਨੇ, ਫੇਰ ਲੰਗਰ ਛਕਦੇ ਆ। ਮਹਾਰਾਜਾ ਰਣਜੀਤ ਸਿੰਘ ਇੱਕ ਸਮੇਂ ਗਲਤੀ ਕਰ ਗਿਆ ਸੀ। ਕਹਿੰਦੇ ਨੇ ਇਤਿਹਾਸ ਦੱਸਦਾ, ਕੋਈ ਕਹਿੰਦਾ ਕਿ ਵੇਸਵਾਗਾਮੀ ਹੋ ਗਿਆ ਸੀ, ਕੋਈ ਕਹਿੰਦਾ ਕਿ ਵੇਸਵਾਵਾਂ ਦਾ ਤਮਾਸ਼ਾ ਵੇਖਣ ਵਾਸਤੇ ਚਲਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ। ਉਦੋਂ ਜਥੇਦਾਰੀ ਸੀ ਅਕਾਲੀ ਬਾਬਾ ਫੂਲਾ ਸਿੰਘ ਦੀ। ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਖਾਲਸਾ ਜੀ ਸਮੇਂ ਆਉਂਦੇ ਨੇ ਸਮੇਂ ਜਾਂਦੇ ਨੇ। ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਮੈਨੂੰ ਤਨਖਾਹੀਆ ਕਰਾਰ ਦੇ ਦਿੱਤਾ। 5 ਤਖਤਾਂ ਦੇ ਜਥੇਦਾਰ ਇਕੱਠੇ ਕੀਤੇ। ਅਕਾਲੀ ਬਾਬਾ ਫੂਲਾ ਸਿੰਘ ਜੀ ਹੋਰਾਂ ਨੇ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਪੇਸ਼ ਹੋਇਆ। ਨਾਲ ਦੇ ਜਥੇਦਾਰਾਂ ਨੇ ਆਖਿਆ ਕਿ ਮਹਾਰਾਜਾ ਨੇ ਇਹ ਜਿਹੜੀ ਗਲਤੀ ਕੀਤੀ ਜੀ, ਇਹਨੂੰ ਕੋਈ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਲਾ ਦਿਓ, ਕੋਈ ਕਹਿੰਦਾ ਮਾਇਆ ਦੀ ਸੇਵਾ ਲਾ ਦਿਓ। ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸੀ ਉਹ ਸਿੰਘੋ, ਮਹਾਰਾਜਾ ਰਣਜੀਤ ਸਿੰਘ ਨੂੰ ਉਹ ਸੇਵਾ ਲਾਓ, ਉਹ ਤਨਖਾਹ ਲਾਓ, ਆਉਣ ਵਾਲਾ ਸਮਾਂ ਯਾਦ ਰੱਖੇ। ਮਾਫ ਕਰਨਾ, ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਹਿਣਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ। ਆਖਿਆ ਕਾਣਿਆ, ਬਾਦਲੀਲ ਗੱਲ ਕੀਤੀ। ਆਖਿਆ ਕਾਣਿਆ, ਤੈਨੂੰ ਪਤਾ ਹੋਣਾ ਚਾਹੀਦਾ ਵੇਸਵਾ ਦੇ ਦੁਆਰੇ ਜਾਣ ਤੇ ਗੁਰੂ ਗੋਬਿੰਦ ਸਿੰਘ ਭਾਈ ਜੋਗੇ ਦੇ ਪਹਿਰੇਦਾਰ ਬਣੇ ਸਨ ਕਿ ਨਹੀਂ ਬਣੇ? ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਜੀ ਬਣੇ ਸਨ। ਤੇ ਮਾਫ ਕਰਨਾ, ਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਕਾਣਿਆ, ਫਿਰ ਤੂੰ ਕੀ ਕਰਨ ਗਿਆ ਸੀ ਵੇਸਵਾ ਦੁਆਰੇ? ਉਸ ਮੌਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਆਖਿਆ ਮਹਾਰਾਜਾ ਰਣਜੀਤ ਸਿੰਘ, ਜਾਂ ਤਾਂ ਤੈਨੂੰ ਸਿੱਕੀ ਤੋਂ ਖਾਰਜ ਕੀਤਾ ਜਾਂਦਾ, ਮਾਫ ਕਰਨਾ, ਤੇ ਜੇ ਤੂੰ ਸਿੱਕੀ ਦੇ ਵਿੱਚ ਬਹਾਲ ਰਹਿਣਾ ਤੇ ਜੋ ਹੁਕਮਨਾਮਾ ਤੈਨੂੰ ਅਕਾਲ ਤਖਤ ਸਾਹਿਬ ਤੋਂ ਨਿਕਲੇਗਾ ਤੈਨੂੰ ਮੰਨਣਾ ਪਊਗਾ। ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਦੇ ਵਿੱਚ ਖਾਲਸਾ ਦੀ ਮਾਫ ਕਰਨਾ ਗੁਰੂ ਕੀ ਸੰਗਤ, ਇਹੋ ਦਾ ਮਹਾਰਾਜਾ ਗਲ 'ਚ ਪੱਲੂ ਪਾ ਕੇ ਕਹਿੰਦਾ ਬਾਬਾ ਜੀ ਮੈਂ ਸਮੇਂ ਤੋਂ ਸਮੇਂ ਗਲਤੀ ਕਰ ਜਾਂਦਾ, ਪਰ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਨਿਕਲਦਾ ਨਾ, ਹੁਕਮਨਾਮਾ ਮੇਰੇ ਖਿਲਾਫ ਜਾਰੀ ਹੁੰਦਾ, ਬਾਬਾ ਜੀ ਉਦੋਂ ਮੇਰੀ ਅਕਲ ਟਿਕਾਣੇ ਆ ਜਾਂਦੀ ਹੈ। ਜੋ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ, ਅਕਾਲ ਤਖਤ ਸਾਹਿਬ ਤੋਂ ਮੈਨੂੰ ਹੁਕਮ ਕੀਤਾ ਜਾਏਗਾ, ਉਹ ਮੈਂ ਮੰਨਣ ਨੂੰ ਤਿਆਰ ਹਾਂ। ਕਹਿੰਦੇ ਨੇ 32 ਕੋੜੇ ਮਹਾਰਾਜਾ ਰਣਜੀਤ ਸਿੰਘ ਦੀ ਪਿੱਠ ਦੇ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਮਾਰੇ ਸਨ। ਖਾਲਸਾ ਦੀ ਇਹ ਕੁਰਸੀਆਂ ਚੱਕੀਆਂ ਜਾਣੀਆਂ ਨੇ, ਇਹ ਰਹਿਣੀਆਂ ਨਹੀਂ। ਗੱਲ ਸੁਣ ਲਓ, 100 ਗਜ ਰੱਸਾ ਤੇ ਸਿਰੇ ਤੇ ਗੰਢ। ਇੱਕ ਵਾਰੀ ਜੇ ਬੱਚਾ ਨਾ ਪੇਪਰਾਂ 'ਚ ਫੇਲ ਹੋ ਜਾਏ, ਇੱਕ ਤੋਂ ਪੇਪਰਾਂ 'ਚ ਫੇਲ ਹੋ ਜਾਏ, ਉਹਦੀ ਰੀਅਪੀਅਰ ਆ ਜਾਂਦੀ ਹੈ ਜਾਂ ਕੰਪਾਰਟਮੈਂਟ ਆ ਜਾਂਦੀ, ਦੂਜੀ ਵਾਰੀ ਮੌਕਾ ਮਿਲ ਜਾਂਦਾ। ਜੇ ਦੂਜੀ ਵਾਰੀ ਵੀ ਫੇਲ ਹੋ ਜਾਏ ਤੇ ਇੱਕ ਵਾਰੀ ਹੋਰ ਮੌਕਾ ਮਿਲ ਜਾਂਦਾ।
पर जब तीजी बारी फेल हो जाए ना तो फिर पिछली क्लास ही होना पैंदा। ये कुर्सियां चक्कियां जानियां ने, क्योंकि हड़ से पानी के अगे कोई खड़ नहीं सकता। जथेदार जी ने, जथेदार साहब ने दास दी दा ख्याल सी कि जेड़े गुरु घरां च कुर्सियां लगियां ने उन्हां गुरु घरां च जाके बेनती की जावे। पर सिंह साहब ने इको गल कही कि नहीं माफ करना। उन्हें इको गल की, संतो संत तो अपना राह नहीं बदलते, तुसीं क्यों बदलते हो? जो अकाल तख्त साहब का हुक्मनामा उन्होंने खिरड़े मत्थे मनो। आओ गुरु प्यारिओ, सो दास ने दिते प्रोग्राम भी सानू पता नहीं सी, सुनिया सी कि इंग्लैंड विच सारे गुरु घरां च कुर्सियां, गुरु घरां दे लंगरां च कुर्सियां चक्कियां गईयां ने। अमरीका कनेडा दास इस इन्हां प्रोग्रामां तो पहला समा ला के आया, उत्थे भी उन्हां गुरु घरां विच कीर्तन नहीं कीते जिन्हां लंगरां विच 7 कुर्सियां लगियां ने। इत्थे भावें प्रोग्राम दिते गए सन पर खालसा दी बदलने पे। जे आपां अकाल तख्त साहब दा हुक्मनामा ही नहीं मनना ते साडे कीर्तन करे भी की करनगे खालसा जी? कीर्तन तां असीं करना भी इसे करके ही है। सुनिया मनिया मन कीता भाओ, अंतरगत तीर्थ मल लाओ। कीर्तन तां असीं करना भी इसे करके ही है। हुक्म मनिया होवे प्रवान, ता खसमे का महल पाए जी। जे हुक्म ही ना मनिया तो मालक की खुशी किवें मिलेगी? हुण समा आग्या नहीं दिंदा, इन्हें भी शब्द प्रवान करो। आओ गुरु प्यारिओ, कल नूं फिर आप जी के दर्शन करांगे। होंजा भुलां दी माफी। हुण आनंद साहब दा पाठ होएगा, उस तो बाद अरदास। राम कली महला तीजा नंदी को काट पतार, आनंद पिया मेरी
सारी संगत गज वज के अरदास च बोलण दी खेचला करो ते दास एक बारी दोवें हथ जोड़ के ना सारी संगत नूं बेनती करदा ਜਿਹੜੇ ਆਪਾਂ ਕਹਿੰਦੇ ਆ ਨਾ ਸਾਡੇ ਸਿੱਖਾਂ ਦੇ ਵਿੱਚ ਏਕਤਾ ਨਹੀਂ ਰਹੀ। ਕਹੋ ਵਾਹਿਗੁਰੂ। ਜੇ ਆਪਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਣਾ ਤੇ ਸਾਡੇ 'ਚ ਏਕਤਾ ਕਿੱਥੋਂ ਰਹਿ ਜਾਏਗੀ? ਜੇ ਏਕਤਾ ਰੱਖਣੀ ਤੇ ਇੱਕ ਨਾ ਜੁੜੋ। ਏਕ ਕੇ ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਖਾਲਸਾ ਦੀ ਆਓ ਸਾਰੇ ਅੰਮ੍ਰਿਤ ਛਕੀਏ ਤੇ ਗੁਰੂ ਵਾਲੇ ਬਣੀਏ ਤੇ ਖਾਸ ਕਰਕੇ ਸਪੈਸ਼ਲੀ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਜੁੜੀਏ। ਕਹਿੰਦੇ ਹੁੰਦੇ ਸਨ ਕਈ ਜੀ ਅਸੀਂ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੇ ਹਾਂ। ਪਤਾ ਤੇ ਹੁਣ ਲੱਗਣਾ ਕਿੰਨਾ ਕੁ ਮੰਨਦੇ ਹਾਂ ਖਾਲਸਾ ਜੀ। ਪਤਾ ਤੇ ਹੁਣ ਲੱਗਣਾ ਸੌਦਾ ਕਿਹੜੇ ਪਾ ਪੈਂਦਾ। ਪਰ ਇਹ ਕੁਰਸੀਆਂ ਨਹੀਂ ਜੇ ਰਹਿਣੀਆਂ, ਇਹ ਚੱਕੀਆਂ ਜਾਣੀਆਂ ਨੇ। ਜਿਹੜਾ ਕੰਮ ਇੱਜ਼ਤ ਨਾਲ ਹੋ ਜਾਏ ਕੰਮ ਤੇ ਉਹ ਵੀ ਹੁੰਦਾ ਤੇ ਪਰ ਅੱਗੇ ਤੁਸੀਂ ਜਾਣਦੇ ਹੋ ਜਿਹੜਾ ਕੰਮ ਦੂਜੇ ਤਰੀਕੇ ਨਾਲ ਹੋਵੇ ਉਹ ਫਿਰ ਖਾਲਸਾ ਜੀ ਕਿੰਨਾ ਕੁ ਫਰਕ ਹੈ। ਕਹੋ ਕਿੰਨਾ ਕੁ ਫਰਕ ਹੈ ਖਾਲਸਾ ਜੀ। ਆਪਾਂ ਸਾਡਾ ਫਾਇਦਾ ਸਾਡਾ ਭਲਾ ਸਾਡੀ ਚੜ੍ਹਦੀ ਕਲਾ ਇਸੇ ਵਿੱਚ ਹੀ ਹੈ ਕਿ ਜੋ ਹੁਕਮਨਾਮਾ ਜਾਰੀ ਹੋਇਆ ਉਹਨੂੰ ਹੱਸ ਕੇ ਖੇੜੇ ਮੱਥੇ ਮੰਨ ਲਈਏ। ਹੋਈਆਂ ਭੁੱਲਾਂ ਦੀ ਮਾਫੀ ਹੁਣ ਹੋਵੇਗੀ ਅਰਦਾਸ। ਤੂੰ ਠਾਕੁਰ